ਤੇ ਚੁੱਕੋ ਜਗ੍ਹਾ ਕਿੱਥੇ ਬਣਾਈ ਹੈ ਅਸੀਂ, ਮਤਲਬ ਕੈਸਰ ਸਾਹਿਬ ਵੀ ਆ ਗਏ ਨੇ। ਮੁਨਾਫਕਤ ਚੈੱਕ ਕੀਤੀ ਜੇ, ਉਸ ਤੋਂ ਜ਼ੁਰੀਅਤ ਕੀ ਹੁੰਦੀ ਹੈ। ਇੱਥੇ ਨਹੀਂ ਤਾਰਕ ਚੌਹਾਨ ਸਾਹਿਬ, ਮੋਡਰੇਟਰ ਦੇ ਹੈ ਨਾ ਕਿਸੇ ਕੋਲ, ਤਾਂ ਮੈਂ ਨੀਚੇ ਚਲਾ ਜਾਣਾ। ਜੀ ਮੋਡਰੇਟਰ ਜੀ ਦਾ ਹੈ ਕਿਸੇ ਕੋਲ ਜੀ? ਮੈਂ ਮੋਡਰੇਟਰ ਹਾਂ ਜੀ। ਅੱਛਾ ਤੁਸੀਂ ਸਕਰੋ, ਮੈਨੂੰ ਲਾ ਕੇ ਉਹਨਾਂ ਨੂੰ ਚੁੱਕ ਲਓ, ਮੈਂ ਨੀਚੇ ਬੈਠਾ। ਪੈਨਲ ਵੱਡਾ ਕਰੋ ਨਹੀਂ, ਨਾ, ਅਗਰ ਜੇ ਪੈਨਲ ਗਾਲੀ ਗਲੋਚ ਨਾ ਕਰਨ ਤੇ ਫਿਰ ਪੈਨਲ ਮਿਹਰਬਾਨੀ ਹੋਏਗੀ। ਪੈਨਲ ਨਹੀਂ ਵੱਡਾ ਨਹੀਂ ਕਰੋ। ਨਹੀਂ, ਤੁਸੀਂ ਤਾਂ ਤੁਸੀਂ ਚੁੱਕਾ ਨੀਚੇ ਮਾਰਿਆ ਅਗਰ ਗਾਲੀ ਗਲੋਚ ਹੋਈ ਤਾਂ। 7 ਦਾ ਪੈਨਲ ਕੀਤਾ, 9 ਦਾ ਕਰੋ ਨਾ, ਵੱਡਾ ਕਰੋ ਪੈਨਲ। ਉਹ ਪੈਨਲ ਵਾਲਾ ਸੀਨ ਪਾਰਟ ਮੇਰੇ ਕੋਲ ਕੋਈ ਨਹੀਂ, ਕਿਵੇਂ ਕਰੀਦਾ? ਮੇਰੇ ਕੋਲ ਵੀ ਨਹੀਂ ਹੈ ਪੈਨਲ ਵਾਸਤੇ। ਤੇ ਆਮਿਰ ਭਾਈ ਕਿਧਰ ਗਏ? ਉਹ ਆਮਿਰ ਭਾਈ ਕਰ ਸਕਦੇ ਨੇ, ਉਹ ਬਿਜ਼ੀ ਨੇ। ਤੁਸੀਂ ਸਕਰੋ, ਮੈਨੂੰ ਲਾ ਕੇ ਨਾ ਉਹਨਾਂ ਨੂੰ ਚੁੱਕ ਲਓ। ਮੈਨੂੰ ਲਾ ਦਿਓ ਯਾਰ, ਮੈਂ ਕਿਹੜਾ ਕੋਈ ਇੱਥੇ ਕੋਈ। ਨਹੀਂ ਨਹੀਂ ਬੈਠੋ ਉਹ ਤੁਸੀਂ, ਨਹੀਂ ਨਹੀਂ, ਉਹ ਗਾਲੀ ਦੇਗਾ ਜੀ। ਨਹੀਂ ਨਹੀਂ ਉਹ ਗਾਲੀ ਬਾਤ ਹੈ। ਸਾਰੀ ਦੁਨੀਆ। ਮਲਕ ਸਾਹਿਬ ਹਮੇਸ਼ਾ ਆਪਣੇ ਬੰਦੇ ਨੂੰ ਸਾਥ ਦੇਣੇ ਨੇ, ਉਹ ਫਿਰ ਜਵਾਬ ਨਹੀਂ ਦੇ ਸਕਦਾ। ਮਲਕ ਸਾਹਿਬ ਦਾ ਰਹਿਣਾ ਬਹੁਤ ਜ਼ਰੂਰੀ ਹੈ ਇੱਥੇ। ਅੱਛਾ ਗੱਲ ਇਹ ਵੇ, ਤਾਰਕ ਚੌਹਾਨ ਸਾਹਿਬ ਮੁਨਾਫਕਤ ਚੈੱਕ ਕੀਤੀ ਜੇ? ਜੀ ਜੀ ਜਾਇਆ ਸਾਹਿਬ ਠੀਕ ਹੋ? ਇਹ ਇਹਨਾਂ ਦੀ ਇਹੀ ਹਾਲ ਹੈ, ਇਹ ਗਾਣੇ ਗਾਣਾ ਸ਼ੁਰੂ ਹੋ ਗਿਆ ਕਿਉਂਕਿ ਉਹਦੇ ਕੋਲ ਦਲੀਲ ਕੋਈ ਨਹੀਂ ਸੀ ਗੱਲ ਕਰਨ ਦੀ, ਤੇ ਇਸ ਵਜ੍ਹਾ ਨਾਲ ਉਹ ਤਾਰਕ ਚੌਹਾਨ ਸਾਹਿਬ ਜਿੱਥੇ ਦਿਲ ਕਰਦਾ ਨੇ ਉੱਥੇ ਲੈ ਜਾਣ। ਕੁਰਾਨ ਕਰੀਮ ਚੋਂ ਹਦੀਸ ਚੋਂ ਬਾਹਰ ਨਹੀਂ ਨਿਕਲਣਾ ਤੇ ਸਾਬਤ ਕਰ ਕੇ ਦੇਣ ਕਿ ਇਸਮੋ ਅਹਿਮਦ ਦਾ ਮਜ਼ਾਕ ਕੋਈ ਹੋਰ ਬੰਦਾ ਵੀ ਹੋ ਸਕਦਾ ਹੈ। ਠੀਕ ਹੈ। ਤੇ صبح ਦਾ ਰੌਲਾ ਪਾਇਆ ਕੁਰਾਨ ਨਾਲ ਇੱਕ ਆਇਤ ਲਾਈ ہے ਕਿੰਨੀ آیات میں تقریباً 6000 ہے تے کچھ یاد نہیں، ایک آیت لائی ہے تے ٹنگا دیا جواب دے دیا نے، دے گیا نے کہ فلانی جگہ آ جاؤ تو فلانی جگہ آ جاؤ تے رولا پائے۔ انہاں دا دور دور تک کوئی تعلق نہیں قرآن اور حدیث نال۔ جو مرزا قادیانی نے لکھیا ہے، جو چپ کر جا خلیفہ نے لکھیا ہے، ਉਹਦੇ ਤੋਂ ਬਾਹਰ ਨਹੀਂ ਇਹਨਾਂ ਨੇ ਨਿਕਲਣਾ۔ ਇਹ ਹੁਣ ਤੁਸੀਂ ਵੇਖਿਓ ਤਾਂ ਸਹੀ, ਆ ਵੇਖਿਓ ਤੁਹਾਨੂੰ ਜਵਾਬ ਦਿੰਦਾ। ਦਿਓ ਜੀ ਜਵਾਬ ਆਪਣਾ ਨਮਾਜ਼ੇ हाँ जी, अस्सलाम वालेकुम जी, की हाल चाल? ਵਾਲੇਕੁਮ ਸਲਾਮ। ਆ ਬਰਾਏ ਮਿਹਰਬਾਨੀ, अब्दुल्ला साहब, ਬਰਾਏ ਮਿਹਰਬਾਨੀ ਗਾਲੀ ਗਲੋਚ ਨਾ ਕਰਿਓ, ਤੁਹਾਡੀ ਮਿਹਰਬਾਨੀ। ਤੈਨੂੰ ਕੱਢੀ ਕਦੀ ਗਾਲ ਕੱਢੀ ਤਾਂ ਨਹੀਂ ਨਹੀਂ ਬਸ ਡਰ ਲੱਗਦਾ ਬੜਾ, ਅਬਦੁੱਲਾ ਸਾਹਿਬ ਅਵੇਅਰ ਕਰ ਰਹੇ। ਤੁਹਾਡਾ ਆਇਤ ਵਾਲਾ ਕੰਮ ਨਿਬੇੜ ਲਈਏ ਪਹਿਲਾਂ, ਅਬਦੁੱਲਾ ਸਾਹਿਬ ਆਇਤ ਲਾਓ ਜੀ। ਉਸੇ ਤਰ੍ਹਾਂ ਹੀ ਲਾ ਦਿਓ ਜਿਸ ਤਰ੍ਹਾਂ ਪਹਿਲਾਂ ਲਾਈ ਸੀ। ਉਹ ਵਾਜ਼ਿਆ ਤੌਰ ਤੇ ਲਿਖੀ ਹੋਈ ਸੀ, ਪੜ੍ਹ ਕੇ ਸੁਣਾ ਦੇਣ, ਪੜ੍ਹ ਕੇ ਸੁਣਾ ਦਿਆਂਗੇ। ਸੁਣਾਣ ਕੇ ਤੇ ਅਬਦੁੱਲਾ ਸਾਹਿਬ ਇਸਮਾ ਅਹਿਮਦ ਉਹਦੇ ਨਾਲ ਤੁਹਾਡੇ ਕੋਲ ਸਵਾਲ ਪੁੱਛਿਆ ਸੀ। ਥੱਲੇ ਕੋਈ ਬੰਦਾ ਬੈਠਾ ਐਮਦੀ ਤੇ ਉਹ ਰਿਕਾਰਡਿੰਗ ਕਰ ਲਓ ਬਾਈ, ਸਹੀ ਹੈ। ਹਾਂਜੀ ਅਬਦੁੱਲਾ ਸਾਹਿਬ ਮਾਈਕ ਪੁੱਟੋ, ਹੁਣ ਕੋਈ ਬੰਦਾ ਵਿੱਚ ਨਾ ਬੋਲੇ ਬਾਈ, ਠੀਕ ਹੈ ਜੀ। ਹਾਂ ਜੀ। ਨਦੀਮ ਪਰਵੇਜ਼ ਸਾਹਿਬ ਤੁਸੀਂ ਵੀ ਬੇਸ਼ੱਕ ਆਪਣਾ ਮਾਈਕ ਮਿਊਟ ਕਰ ਲਓ, ਮੈਂ ਤੇ ਅਬਦੁੱਲਾ ਸਾਹਿਬ ਗੱਲ ਕਰਾਂਗੇ। ਹਾਂਜੀ ਅਬਦੁੱਲਾ ਸਾਹਿਬ ਪੜ੍ਹੋ, ਆਇਤ ਪੜ੍ਹੋ ਜੀ। اعوذ باللہ من الشیطان الرجیم، بسم اللہ الرحمن الرحیم۔ وَإِذْ قَالَ عِيسَى ابْنُ مَرْيَمَ يَا بَنِي إِسْرَائِيلَ إِنِّي رَسُولُ اللَّهِ إِلَيْكُمْ مُصَدِّقًا لِمَا بَيْنَ يَدَيَّ مِنَ التَّوْرَاةِ وَمُبَشِّرًا بِرَسُولٍ يَأْتِي مِنْ بَعْدِي اسْمُهُ أَحْمَدُ فَلَمَّا جَاءَهُم بِالْبَيِّنَاتِ قَالُوا هَذَا سِحْرٌ مُبِينٌ۔ جی ٹھیک ہو گیا۔ اور جب عیسیٰ بن مریم نے کہا اے بنی اسرائیل، بے شک میں اللہ کا تمہاری طرف رسول ہوں، اور تورات جو مجھ سے پہلے ہے اس کی تصدیق کرنے والا ہوں، اور ایک رسول کی خوشخبری دینے والا ہوں جو میرے بعد آئے گا، اس کا بس نام بس بس احمد بس ہوگا۔ بس 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 ایک منٹ پس جب واضح دلیلیں لے کر ان کے پاس آ گیا تو کہنے لگے یہ سری جادو ہے۔ شور کتوں آ رہا ہے، شور کتوں آ رہا ہے؟ اچھا جی، اے تسی مون دسنا ہے کہ جو میرے بعد آئے گا، بعد دس دیو کیڑا بعد ہے، لا نبی بعد والا ہے یا کیڑا بعد ہے عبداللہ صاحب؟ عیسیٰ علیہ السلام دی دور نبوت ختم ہو جانے تو بعد، دور رسالت ختم ہو جانے تو بعد۔ کتنے لکھیا ہے تھے؟ کی لکھیا ہے؟ بخاؤ کی لکھیا ہے؟ دسو بخاؤ۔ اس کی تصدیق کرتا ہوں اور ایک رسول کی خوشخبری دینے والا ہوں جو میرے بعد آئے گا، اس کا نام احمد ہوگا۔ ٹھیک ہے، ہن بعد کیڑا ہے؟ کیڑا بعد ہے؟ انہاں تو بعد کون ہے؟ کس طرح بعد کس طرح ہوئے گا؟ بعد ہوئی ہے نا، بعد رسول عیسیٰ علیہ السلام تو بعد۔ کس طرح بعد ہوئے گا؟ انہوں دی رسالت اور نبوت دا دور نبوت ختم ہونے تو بعد۔ کتنے ادھر تے کتے نہیں لکھیا کہ دور نبوت ختم ہونے تو بعد آئے گا؟
ਤੁਸੀਂ ਆਪਣਾ ਸਵਾਲ ਮੁਕੰਮਲ ਕਰੋ, ਮੈਂ ਤੁਹਾਨੂੰ ਮੈਂ ਜਵਾਬ ਦੇ ਸਵਾਲ ਦਿੱਤਾ। ਮੇਰਾ ਮੁਕੰਮਲ ਸਵਾਲ ਇਹਦਾ ਮੈਨੂੰ ਦੱਸਣਾ, ਤੁਸੀਂ ਆਇਤ ਦੇ ਵਿੱਚੋਂ ਬਾਅਦ ਦਾ ਮੈਂ ਨਹੀਂ ਮੈਨੂੰ ਦੱਸਣਾ ਹੈ ਕਿ ਜਿਹੜਾ ਮਿਸਾਲ ਤੌਰ ਤੇ ਲਿਖਿਆ ਹੋਇਆ ਹੈ ਇੱਕ ਰਸੂਲ ਕੀ ਖੁਸ਼ਖਬਰੀ ਦੇने वाला हूँ जो मेरे बाद आएगा। ਬਾਅਦ ਹਾਂ, ਦੱਸ ਈਸਾ ਦਿਓ ਅਲੈਹ ਕਿਹੜਾ ਇਸਲਾਮ ਤੋਂ ਬਾਅਦ ਬਾਅਦ ਕੌਣ ਆਏ ਨੇ? ਈਸਾ ਅਲੈਹ ਇਸਲਾਮ ਤੋਂ ਨਹੀਂ। ਬਾਅਦ ਕੌਣ ਆਏ ਨੇ? ਹਜ਼ਰਤ ਈਸਾ ਅਲੈਹਿਸਸਲਾਮ ਦਾ ਤੇ ਬਾਅਦ ਹੋਈ ਹੈ, ਤੁਹਾਡੇ ਮੁਤਾਬਕ ਹੋਇਆ ਹੀ ਨਹੀਂ ਅਜੇ ਤੱਕ। ਨਹੀਂ, ਸਾਡੇ ਹੋ ਗਿਆ। ਤੁਸੀਂ ਦੱਸੋ ਕਿਸ ਈਸਾ ਤਰ੍ਹਾਂ ਅਲੈਹ ਹੋ ਗਿਆ? ਇਸਲਾਮ ਤੋਂ ਬਾਅਦ ਕਿਸ ਕਿਹੜੇ ਤਰ੍ਹਾਂ ਹੋ ਰਸੂਲ ਗਿਆ? ਆਏ ਨੇ? ਹਜ਼ਰਤ ਈਸਾ ਅਲੈਹਿਸਸਲਾਮ ਦਾ ਬਾਅਦ ਕਿਸ ਤਰ੍ਹਾਂ ਹੋਇਆ ਦੱਸੋ। ਈਸਾ ਅਲੈਹ ਇਸਲਾਮ ਤੋਂ ਬਾਅਦ ਕਿਹੜੇ ਰਸੂਲ ਆਏ ਨੇ ਉਹ ਦੱਸੋ। ਹਜ਼ਰਤ ਈਸਾ ਅਲੈਹਿਸਸਲਾਮ ਦਾ ਬਾਅਦ ਹੋਇਆ ਹੀ ਨਹੀਂ ਅਜੇ ਤੇ, ਉਹਨਾਂ ਦਾ ਬਾਅਦ ਹੋਣਾ ਹੈ ਤੇ ਮੈਂ ਰਸੂਲ ਕਹਿ ਨਹੀਂ ਰਿਹਾ ਹੋਣਾ। ਈਸਾ ਅਲੈਹ ਇਸਲਾਮ ਸਰ ਤੁਸੀਂ ਬਾਅਦ ਸਾਬਤ ਤੋਂ ਕਰ ਬਾਅਦ ਦਿਓ, ਕਿਹੜੇ ਮੈਂ ਰਸੂਲ ਆਏ ਰਸੂਲ ਨੇ? ਸਾਬਤ ਕਰ ਦਿਆਂਗਾ। ਤੁਸੀਂ ਬਾਅਦ ਸਾਬਤ ਕਰ ਦਿਓ, ਮੈਂ ਰਸੂਲ ਸਾਬਤ ਕਰ ਦਿਆਂਗਾ। ਤੁਸੀਂ ਪਹਿਲਾਂ ਬਾਅਦ ਸਾਬਤ ਕਰ ਦਿਓ ਕਿ ਹਜ਼ਰਤ ਈਸਾ ਦਾ ਬਾਅਦ ਹੋ ਗਿਆ। ਈਸਾ ਅਲੈਹ ਇਸਲਾਮ ਦਾ ਬਾਅਦ ਹੋ ਗਿਆ, ਉਸ ਤੋਂ ਬਾਅਦ ਹੀ ਕੁਰਾਨ ਕਰੀਮ ਜਿਹੜਾ ਰਸੂਲ ਅੱਲਾਹ ਸੱਲੱਲਾਹੁ ਅਲੈहि ਵਸੱਲਮ ਤੇ ਨਾਜ਼ਲ ਹੋਇਆ। ਆ ਵੇਖੋ ਇਹ ਲਿਖਿਆ, ਮੈਂ ਤੁਹਾਨੂੰ ਉਰਦੂ ਦੇ ਅਲਫਾਜ਼ ਪੜ੍ਹ ਕੇ ਸੁਣਾ ਰਿਹਾ ਹਾਂ। और एक रसूल की खुशखबरी देने वाला हूँ जो मेरे बाद आएगा। ठीक हो गया जी? ਜੀ ਹੁਣ ਮੈਨੂੰ ਬਾਅਦ ਸਾਬਤ ਕਰ ਦਿਓ ਕਿ ਹਜ਼ਰਤ ਈਸਾ ਦਾ ਬਾਅਦ ਕਿਦੋਂ ਆਉਣਾ ਹੈ, ਹੋ ਗਿਆ ਹੈ ਜਾਂ ਹੋਣਾ ਹੈ ਜਾਂ ਇਹ ਨਹੀਂ ਹੋਇਆ। ਮੈਂ ਉਹੀ ਪੁੱਛ ਰਿਹਾ ਨਾ ਕਿ ਈਸਾ ਅਲੈਹ ਇਸਲਾਮ ਤੋਂ ਬਾਅਦ ਕਿਹੜੇ ਰਸੂਲ ਆਏ ਨੇ? ਹਜ਼ਰਤ ਈਸਾ ਅਲੈਹਿਸਸਲਾਮ ਦਾ ਬਾਅਦ ਤੁਹਾਡੇ ਮੁਤਾਬਕ ਤੇ ਇਹ ਹੋਇਆ ਹੀ ਨਹੀਂ। ਮੈਂ ਤੁਹਾਡੇ ਮੁਤਾਬਕ ਹੋ ਗਿਆ ਕਿ ਨਹੀਂ ਹੋਇਆ? ਮੇਰੇ ਮੁਤਾਬਕ ਨੂੰ ਛੱਡੋ, ਤੁਸੀਂ ਮੈਨੂੰ ਆਇਤ ਪੇਸ਼ ਕਰ ਰਹੇ ਹੋ। ਨਹੀਂ, ਤੁਸੀਂ ਫਿਰ ਮੈਂ ਤੇ ਆਇਤ ਪੇਸ਼ ਕਰ ਰਿਹਾ ਨਾ। ਆਇਤ ਪੇਸ਼ ਕਰ ਰਹੇ ਹੋ ਨਾ। ਆਇਤ ਪੇਸ਼ ਕੀਤੀ ਤੁਹਾਡੇ ਹੈ ਨਾ। ਮੁਤਾਬਕ ਤੇ ਬਾਅਦ ਹੋਇਆ ਹੀ ਨਹੀਂ ਅਜੇ ਤੱਕ। ਤੁਹਾਡੇ ਤੁਹਾਨੂੰ ਮੈਂ ਮੁਤਾਬਕ ਹੋ ਗਿਆ ਨਾ? ਮੇਰੀ ਗੱਲ ਸੁਣੋ, ਤੁਹਾਨੂੰ ਮੈਂ ਅਗਰ ਅਹਿਮਦ ਰਸੂਲ ਇੱਕ ਤੁਹਾਡੇ ਪੇਸ਼ ਕਰ ਮੁਤਾਬਕ ਦਿਆਂ, ਹੋ ਮੇਰੀ ਗਿਆ? ਗੱਲ ਤੇ ਸੁਣ ਲਓ, ਮੇਰੀ ਤੇ ਗੱਲ ਸੁਣ ਲਓ। ਮੈਂ ਤੁਹਾਨੂੰ ਅਹਿਮਦ ਰਸੂਲ ਪੇਸ਼ ਕਰ ਦਿਆਂ, ਠੀਕ ਹੈ? ਤੁਹਾਡਾ ਤਾਂ ਇਹ ਬਾਅਦ ਹੀ ਨਹੀਂ ਹੋਇਆ। ਤੁਹਾਡੇ ਵਾਸਤੇ ਅਹਿਮਦ ਚਲੋ ਕਰੋ। ਰਸੂਲ ਮੇਰੀ ਗੱਲ ਸੁਣੋ, ਪਹਿਲੀ ਹੋਣੀ ਤੁਸੀਂ ਪੇਸ਼ ਕਰੋ। ਮੈਂ ਕਿਉਂ ਕਰਾਂ? ਕਿਉਂਕਿ ਤੁਹਾਡੇ ਮੁਤਾਬਕ ਤਾਂ ਇਹ ਬਾਤ ਹੀ ਨਹੀਂ ਹੋਇਆ। ਤੁਸੀਂ ਮੈਨੂੰ ਤੁਸੀਂ ਬਾਅਦ ਕੋਈ ਵੀ ਸਾਬਤ ਨਹੀਂ ਕਰ ਦਿਓ। ਕਰਨਾ। ਮੈਂ ਦੱਸਾਂਗਾ। ਤੁਸੀਂ ਕੋਈ ਵੀ ਨਹੀਂ ਮੇਰੀ ਕਰਨਾ। ਗੱਲ ਸੁਣ ਲਓ, ਮੇਰੀ ਗੱਲ ਸੁਣ ਲਓ। ਤੁਸੀਂ ਪਹਿਲਾਂ ਮੈਨੂੰ ਦੱਸਣਾ ਹੈ ਕਿ ਜੋ ਮੇਰੇ ਬਾਅਦ ਆਏਗਾ, ਬਾਅਦ ਦਾ ਲਫ਼ਜ਼ ਆਇਆ ਵਿੱਚ, ਬਾਅਦ ਸਾਬਤ ਕਰ ਦਿਓ ਮੈਨੂੰ ਈਸਾ ਅਲੈਹਿਸਸਲਾਮ ਦਾ। ਮੈਂ ਤੁਹਾਨੂੰ ਅਹਿਮਦ ਰਸੂਲ ਸਾਬਤ ਕਰ ਦਿਆਂਗਾ ਉਹਨਾਂ ਤੋਂ ਬਾਅਦ। ਮੈਂ ਤੁਹਾਡੇ ਕੋਲ ਤਾਂ ਇਹ ਬਾਤ ਤੁਹਾਡੇ ਨਹੀਂ ਕੋਲ ਸਾਬਤ ਪੁੱਛ ਹੋ ਰਿਹਾ ਸਕਦਾ। ਰਸੂਲ ਅੱਲਾਹ ਸੱਲੱਲਾਹੁ ਅਲੈहि ਵਸੱਲਮ ਤੋਂ ਬਾਅਦ ਕਿਹੜੇ ਰਸੂਲ ਆਏ ਨੇ? ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ ਤੋਂ ਬਾਅਦ ਤੇ ਉਹਨਾਂ ਨੇ ਆਖਿਆ ਲਾ ਨਬੀ ਬਾਅਦ ਹੀ। ਈਸਾ ਅਲੈਹ ਇਸਲਾਮ ਤੋਂ ਬਾਅਦ। ਈਸਾ ਅਲੈਹਿਸਸਲਾਮ ਤੋਂ ਬਾਅਦ ਹੁਣ ਤੁਸੀਂ ਮੈਨੂੰ ਦੱਸਣਾ ਕਿ ਹਜ਼ਰਤ ਈਸਾ ਅਲੈਹਿਸਸਲਾਮ ਦਾ ਬਾਅਦ ਤੇ ਇਹ ਹੋਇਆ ਹੀ ਕੋਈ ਨਹੀਂ। ਉਹ ਤੇ ਆਸਮਾਨ ਤੇ ਜ਼ਿੰਦਾ ਮੌਜੂਦ ਨੇ। ਸਾਰੀ ਉਹਨਾਂ ਦੀ ਰਸਾਲਤ ਨਹੀਂ ਨਹੀਂ ਰਾਜਾ ਜਵੇਦ ਸਾਹਿਬ ਨਾ, ਮੈਂ ਕਿਸੇ ਦੀ ਗੱਲ ਹੋਰ ਨਹੀਂ ਸੁਣਨੀ। ਮੈਂ ਕਿਸੇ ਨੇ ਇੱਥੇ ਬੋਲਣ ਦਿਓ ਰਾਏ ਸਾਹਿਬ ਚੁੱਪ ਕਰ ਦਿਓ। ਹਾਂ ਜੀ ਦੱਸੋ ਜੋ ਅਬਦੁੱਲਾ ਜੀ ਸਾਹਿਬ ਜੀ ਜੀ ਦੱਸੋ। ਹੁਣ ਦੱਸੋ ਮੈਨੂੰ ਕਿ ਹਜ਼ਰਤ ਈਸਾ ਅਲੈਹਿਸਸਲਾਮ ਦਾ ਬਾਅਦ ਤਦ ਹੋਣਾ ਹੈ, ਉਹਨਾਂ ਦੀ ਨਬੂਵਤ ਖਤਮ ਹੋਣੀ ਹੈ, ਉਹਨਾਂ ਦੀ ਰਸਾਲਤ ਖਤਮ ਹੋਣੀ ਹੈ, ਉਹਨਾਂ ਨੇ ਵਫਾਤ ਪਾਣੀ ਹੈ ਤੇ ਬਾਅਦ ਹੋਣਾ ਹੈ। ਤੇ ਜਦੋਂ ਅਜੇ ਤੱਕ ਬਾਅਦ ਹੀ ਨਹੀਂ ਹੋਇਆ ਤੇ ਅਹਿਮਦ ਰਸੂਲ ਕਿਸ ਤਰ੍ਹਾਂ ਆਏਗਾ? ਤੁਸੀਂ ਦੱਸ ਦਿਓ। ਈਸਾ ਅਲੈਹ ਇਸਲਾਮ ਦੀ ਰਸਾਲਤ ਔਰ ਨਬੂਵਤ ਖਤਮ ਹੋ ਚੁੱਕੀ ਹੈ, ਉਹਨਾਂ ਦਾ ਦੌਰ ਖਤਮ ਹੋ ਕਿੱਥੇ ਚੁੱਕਿਆ ਖਤਮ ਹੋ ਚੁੱਕਿਆ? ਕਿਸ ਉਹਨਾਂ ਤਰ੍ਹਾਂ ਤੋਂ ਖਤਮ ਹੋ ਬਾਅਦ ਚੁੱਕਿਆ? ਕਿਸ ਤਰ੍ਹਾਂ ਖਤਮ ਹੋ ਚੁੱਕਿਆ? ਉਹ ਤਾਂ ਜ਼ਿੰਦਾ ਨੇ, ਨਬੀ ਨੇ ਉਹ ਇਸ ਟਾਈਮ ਹੀ ਨਬੀ ਨੇ। ਉਹ ਤੇ ਸਾਰੇ ਨਬੀ ਹਨ। ਹਾਂ ਤੇ ਬਸ ਉਹ ਤੇ ਸਾਰੇ ਜ਼ਿੰਦਾ ਮੌਜੂਦ ਨੇ, ਜ਼ਿੰਦਾ ਮੌਜੂਦ ਨੇ ਨਾ, ਜ਼ਿੰਦਾ ਮੌਜੂਦ ਨੇ, ਜ਼ਿੰਦਾ ਮੌਜੂਦ ਨੇ। ਜ਼ਿੰਦਾ ਹੋਣਗੇ ਤੇ ਜ਼ਿੰਦਾ ਹੋਣਗੇ ਤੇ ਫਿਰ ਹੋਣਗੇ ਕੀ? ਨਹੀਂ ਨਾ ਨਾ ਅਬਦੁੱਲਾ ਸਾਹਿਬ ਐਸੇ ਨਹੀਂ ਮੇਰੇ ਪਿਆਰੇ ਭਾਈ, ਹੋਣਗੇ ਨਹੀਂ, ਹੈ ਨੇ, ਹੈ ਨੇ, ਨਬੀ ਵੀ ਨੇ, ਰਸੂਲ ਵੀ ਨੇ। ਬਾਅਦ ਕਿਸ ਤਰ੍ਹਾਂ ਹੋ ਗਿਆ ਫਿਰ? ਲੇਕਿਨ ਉਹਨਾਂ ਦਾ ਦੌਰੇ ਰਸਾਲਤ ਔਰ ਨਬੂਵਤ ਖਤਮ ਹੋ ਚੁੱਕਿਆ। ਨਦੀਮ ਸਾਹਿਬ ਚੁੱਪ ਕਰ ਦਿਓ ਅਬਦੁੱਲਾ ਨੂੰ ਬੋਲਣ ਦਿਓ। ਅਬਦੁੱਲਾ ਸਾਹਿਬ ਮੈਨੂੰ ਇਹ ਦੱਸੋ ਕਿ ਇੱਕ ਨਬੀ ਹੈ, ਉਹ ਰਸੂਲ ਵੀ ਹੈ, ਨਬੀ ਵੀ ਹੈ, ਜ਼ਿੰਦਾ ਵੀ ਹੈ, ਉਹਦਾ ਬਾਅਦ ਕਿਸ ਤਰ੍ਹਾਂ ਆਏਗਾ? ਤੁਸੀਂ ਇਹ ਸਾਬਤ ਕਰਨਾ ਮੈਨੂੰ। ਹੁਣ ਤੁਸੀਂ ਇੱਥੇ ਰੋਲਾ ਪਾ ਰਹੇ ਸੋ ਨਜ਼ੀਰ ਸਾਹਿਬ ਦੇ ਸਾਹਮਣੇ ਕਿ ਤੁਸੀਂ ਕੁਰਾਨ ਹਦੀਸ ਤੇ ਗੱਲ ਨਹੀਂ ਕਰਦੇ। ਹੁਣ ਕੁਰਾਨ ਹਦੀਸ ਦੇ ਵਿੱਚੋਂ ਤੁਸੀਂ ਮੈਨੂੰ ਮੈਂ ਕਰਨ ਦਿੰਦੇ ਆ ਨਾ। ਹੁਣ ਮੈਂ ਤੁਹਾਨੂੰ ਦੱਸਣ ਡਿਆ ਕਿ ਜੋ ਮੇਰੇ ਬਾਅਦ ਆਏਗਾ, ਬਾਅਦ ਸਾਬਤ ਤੁਸੀਂ ਕਰਨਾ ਹੈ, ਕਿਉਂਕਿ ਹਜ਼ਰਤ ਈਸਾ ਦਾ ਬਾਅਦ ਤੇ ਇਹ ਹੋਇਆ ਨਹੀਂ ਤੁਹਾਡੇ ਮੁਤਾਬਕ। ਨਾ ਉਹ ਵਫਾਤ ਪਾਏ ਨੇ, ਨਾ ਉਹਨਾਂ ਦੀ ਰਸਾਲਤ ਖਤਮ ਹੋਈ ਹੈ, ਨਾ ਉਹਨਾਂ ਦੀ ਨਬੂਵਤ ਖਤਮ ਹੋਈ ਹੈ। ਉਹ ਅੱਜ ਵੀ ਰਸੂਲ ਨੇ, ਅੱਜ ਵੀ ਨਬੀ ਨੇ ਔਰ ਜ਼ਿੰਦਾ ਮੌਜੂਦ ਵੀ ਨੇ। ਤੇ ਬਾਅਦ ਕਿਸ ਤਰ੍ਹਾਂ ਹੋਇਆ? ਅੱਛਾ, ਮੈਂ ਤੁਹਾਨੂੰ ਸਾਬਤ ਕਰ ਦਵਾਂ ਕਿ ਉਹਨਾਂ ਦੀ ਰਸਾਲਤ ਔਰ ਨਬੂਵਤ ਦਾ ਦੌਰ ਖਤਮ ਹੋ ਚੁੱਕਿਆ। ਕੁਰਾਨ ਕਰੀਮ ਚ ਫਿਰ ਦੌਰ ਕਿਸ ਤਰ੍ਹਾਂ ਖਤਮ ਹੋ ਚੁੱਕਿਆ? ਉਹ ਜ਼ਿੰਦਾ ਨਹੀਂ ਹੈ, ਮੌਜੂਦ ਨਹੀਂ ਹੈ। ਤੁਸੀਂ ਹੁਣੇ ਮੈਨੂੰ ਦੱਸ ਦਿਓ ਨਾ। ਤੁਹਾਨੂੰ ਦੂਜੀ ਆਇਤ ਵੀ ਪੇਸ਼ ਨਹੀਂ ਕਰਨੀ ਪਏਗੀ। ਸਿਰਫ ਇਹਨਾਂ ਦੱਸੋ। ਮੈਂ ਤੇ ਕਹਿ ਰਿਹਾ ਰਸੂਲ ਅੱਲਾਹ ਸੱਲੱਲਾਹੁ ਅਲੈहि ਵਸੱਲਮ ਫੌਤ ਹੋ ਗਏ ਨੇ, ਲੇਕਿਨ ਉਹਨਾਂ ਦਾ ਰਸਾਲਤ, ਉਹਨਾਂ ਦਾ ਦੌਰ ਮੌਜੂਦ ਹੈ। ਮੇਰੀ ਗੱਲ ਸੁਣੋ, ਹੁਣ ਛੋਟੇ ਜਿਹੇ ਲਫ਼ਜ਼ ਦਾ ਜਵਾਬ ਦਿਓ। ਉਹ ਅੱਜ ਨਬੀ ਹੈ ਨੇ? ਬਿਲਕੁਲ ਹੈ ਨੇ। ਅੱਜ ਉਹ ਰਸੂਲ ਹੈ ਨੇ?
ਬਿਲਕੁਲ ਹੈ, ਜ਼ਿੰਦਾ ਮੌਜੂਦ ਹੈ ਨੇ? ਬਿਲਕੁਲ। ਪੂਰਾ ਦੱਸੋ ਨਾ, ਜਿਵੇਂ ਬਿਲਕੁਲ ਕਹਿ ਰਹੇ ਹੋ ਜ਼ਿੰਦਾ ਮੌਜੂਦ ਹੈ ਹਾਂ ਨੇ। ਬਿਲਕੁਲ, ਮੈਂ ਤੁਸੀਂ ਕਹਿ ਕਹੋ ਰਿਹਾ ਨਾ, ਮੈਂ ਬਿਲਕੁਲ ਹੈ। ਪੂਰਾ ਦੱਸ ਰਿਹਾ। ਬੋਲੋ ਬਿਲਕੁਲ ਬੋਲੋ, ਹੈ ਤੁਸੀਂ ਨੇ। ਬੋਲੋ, ਮੈਨੂੰ ਕੋਈ ਡਰ ਨਹੀਂ। ਬਿਲਕੁਲ ਹੈ ਹਾਂਜੀ। ਨੇ, ਠੀਕ ਹੈ। ਤੇ ਫਿਰ ਬਾਅਦ ਕਿਸ ਤਰ੍ਹਾਂ ਹੋ ਗਿਆ? ਮੈਂ ਤੇ ਕਹਿ ਰਿਹਾ ਕਿ ਉਹਨਾਂ ਕੁਰਾਨ ਕਰੀਮ ਦੀ ਤੁਹਾਨੂੰ ਦਲੀਲ ਦਿਆਂਗਾ ਕਿ ਉਹਨਾਂ ਦੀ ਰਸਾਲਤ ਔਰ ਨਬੂਵਤ ਖਤਮ ਹੋ ਚੁੱਕੀ, ਉਹਨਾਂ ਦਾ ਦੌਰ ਗੁਜ਼ਰ ਚੁੱਕਿਆ। ਮੈਂ ਕੁਰਾਨ ਕਰੀਮ ਚ ਦਲੀਲ ਦਿਆਂਗਾ। ਸਰ ਦੌਰ ਔਰ ਤੁਸੀਂ ਬੰਦੇ ਦਾ, ਕਹਿ ਰਹੇ ਹੋ ਮੇਰੀ ਗੱਲ ਫੌਤ ਤਾਂ ਹੋਣ। ਸੁਣ ਲਓ, ਮੇਰੀ ਗੱਲ ਸੁਣੋ। ਦੌਰ ਖਤਮ ਤਦ ਹੁੰਦਾ ਮੇਰੀ ਗੱਲ ਵੀ, ਮੇਰੀ ਵੀ ਸੁਣੋ ਨਾ, ਮੇਰੀ ਗੱਲ ਸੁਣੋ। ਸੁਣਾ ਲਓ। ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ ਫੌਤ ਹੋ ਚੁੱਕੇ ਨੇ, ਮੰਨਦੇ ਹੋ? ਹਾਂਜੀ ਮੰਨਦੇ ਆ। ਉਹਨਾਂ ਦਾ ਦੌਰ ਮੌਜੂਦ ਹੈ, ਉਹਨਾਂ ਦੀ ਬੇਸਤ ਮੌਜੂਦ ਹੈ, ਉਹਨਾਂ ਦੀ ਰਸਾਲਤ ਮੌਜੂਦ ਹੈ, ਰਸਾਲਤ ਤਾਂ ਮੌਜੂਦ ਹੈ ਉਹਦਾ, ਕਿਆਮਤ ਤੱਕ ਲੋਕਾਂ ਤੱਕ। ਪਰ ਉਹ ਵਫਾਤ ਪਾ ਗਏ ਨੇ। ਉਹਨਾਂ ਦਾ ਜਿਹੜਾ ਜ਼ਿੰਦਗੀ ਦਾ ਦੌਰ ਸੀ ਉਹ ਉਹਨਾਂ ਖਤਮ ਦੀ ਹੋ ਗਿਆ। ਰਸਾਲਤ ਤੇ ਖਤਮ ਨਹੀਂ ਨਾ ਹੋਈ, ਉਹਨਾਂ ਦਾ ਦੌਰੇ ਰਸਾਲਤ ਤੇ ਖਤਮ ਨਹੀਂ ਹੋਇਆ ਨਾ, ਉਹਨਾਂ ਦਾ ਦੌਰੇ ਨਬੂਵਤ ਤੇ ਖਤਮ ਨਹੀਂ ਹੋਇਆ। ਮੇਰੀ ਗੱਲ ਸੁਣੋ, ਅਗਰ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੂੰ ਇਹ ਗੱਲ ਕਹਿੰਦੇ ਕਿ ਮੇਰੇ ਬਾਅਦ, ਮੈਂ ਜਿਹੜਾ ਸਵਾਲ ਪੁੱਛਿਆ ਉਹ ਜਵਾਬ ਦਿਓ। ਤਫਸੀਲ ਨਾਲ ਦੱਸਣ ਲੱਗਾ ना, मेरे बाद एक रसूल आएगा, उसका नाम अहमद होगा। अगर मोहम्मद सल्लल्लाहु अलैहि वसल्लम ये गल आंदी मैनू, ते मैं यही समझना सी कि रसूल पाक सल्लल्लाहु अलैहि वसल्लम मैनू पेशन गोई कर रहे हैं कि मैं वफात पा जानी है, ठीक है, ते मेरे बाद एक अहमद रसूल ने आना या मोहम्मद रसूल ने आना, ठीक है। लेकिन जे रसूल पाक सल्लल्लाहु अलैहि वसल्लम ने जिंदा भी रहना है, मौजूद भी रहना है, होना भी है, रसूल भी होना है, नबी भी होना है, तो वो ये गल क्यों करनगे कि मेरे बाद अहमद रसूल आएगा? क्यों करनगे? ਤੇ ਉਹ ਜਿਸ ਵਕਤ ਜੇ ਤੇ ਦੀਨ ਮੁਕੰਮਲ ਨਹੀਂ ਬਹਿ ਸਕਦੀ ਹੈ ਨਾ, ਕਿਉਂਕਿ ਈਸਾ ਅਲੈਹਿ ਸਲਾਮ ਦੇ ਦੌਰੇ ਨਬੂਵਤ ਔਰ ਰਿਸਾਲਤ ਦੇ ਵਿੱਚ ਦੀਨ ਮੁਕੰਮਲ ਨਹੀਂ ਹੋਇਆ, ਨਿਅਮਤ ਮੁਕੰਮਲ ਨਹੀਂ ਹੋਈ, ਸ਼ਰੀਅਤ ਮੁਕੰਮਲ ਨਹੀਂ ਹੋਈ ਕਿਹਨਾਂ ਦੇ ਦੌਰ ਈਸਾ ਅਲੈਹਿ ਸਲਾਮ ਦੇ ਦੌਰ 'ਚ। ਤੇ ਉਹਨਾਂ ਦੇ ਦੌਰ ਦੇ ਅੱਜ ਵੀ ਦੇਖੋ, ਮੇਰੀ ਗੱਲ ਸੁਣੋ, ਜਿੰਨੀ ਦੇਰ ਨਬੀ ਰਹੇਗਾ ਉਹਦਾ ਦੌਰ ਕਿਸ ਤਰ੍ਹਾਂ ਖਤਮ ਹੋਏਗਾ? ਤੁਸੀਂ ਖੁਦ ਦੱਸੋ। ਮੈਂ ਤੇ ਦੱਸਿਆ ਤੁਹਾਨੂੰ ਕਿ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ ਫੌਤ ਹੋ ਗਏ ਨੇ, ਲੇਕਿਨ ਉਹਨਾਂ ਦਾ ਦੌਰੇ ਰਿਸਾਲਤ ਔਰ ਨਬੂਵਤ ਉਹਨਾਂ ਦਾ ਤਾਂ ਕਿਆਮਤ ਤੱਕ ਦੇ ਲੋਕਾਂ ਵਾਸਤੇ ਦੇ। ਉਹ ਮੇਰੀ ਗੱਲ ਸੁਣੋ, ਫੌਤ ਹੋ ਜਾਣੇ ਨਾਲ, ਮੇਰੀ ਗੱਲ ਤੇ ਸੁਣ ਲਓ, ਉਹ ਫੌਤ ਹੋ ਜਾਣੇ ਨਾਲ ਦੌਰ ਦੇ ਨਾਲ ਕੋਈ ਨਹੀਂ ਹੈ, ਕਨੈਕਸ਼ਨ ਨਹੀਂ ਹੈ। ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦਾ ਦੌਰ ਤਦ ਹੋਣਾ ਹੈ ਜਦੋਂ ਹਜ਼ਰਤ ਈਸਾ ਨੇ ਵਫਾਤ ਪਾਣੀ, ठीक है, क्योंकि ਇੱਥੇ ਆਇਤ ਦੇ ਮੁਤਾਬਕ ਲਿਖਿਆ ਗਿਆ ਕਿ ਜੋ ਮੇਰੇ ਬਾਅਦ ਆਏਗਾ, ਤੇ ਬਾਅਦ ਤਦ ਹੀ ਹੋਣਾ। ਫਿਰ ਤੁਸੀਂ ਵਫਾਤ ਵਿੱਚ ਪਾ ਰਹੇ ਹੋ। ਮੈਂ ਤੁਹਾਨੂੰ ਦੱਸਿਆ ਕਿ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ ਦੀ ਵਫਾਤ ਹੋ ਗਈ ਹੈ, ਲੇਕਿਨ ਉਹਨਾਂ ਦਾ ਦੌਰੇ ਰਿਸਾਲਤ ਮੌਜੂਦ ਹੈ। ਕਿਸ ਤਰ੍ਹਾਂ ਮੌਜੂਦ ਹੈ? ਮੈਨੂੰ ਇਹ ਦੱਸੋ ਕਿ ਹਜ਼ਰਤ ਈਸਾ ਦਾ ਰਸੂਲ ਦੌਰੇ ਰਿਸਾਲਤ ਕਿਸ ਤਰ੍ਹਾਂ ਖਤਮ ਹੋ ਗਿਆ ਐਸ ਆਇਤ ਦੇ ਮੁਤਾਬਕ? ਤੁਸੀਂ ਇੱਥੋਂ ਮੈਨੂੰ ਸਾਬਤ ਕਰਕੇ ਬਗਾਣਾ, ਕਰੋ ਸਾਬਤ ਜੀ। ਉਹਦੇ ਵਾਸਤੇ ਦੂਸਰੀ ਆਇਤ ਮੌਜੂਦ ਨੇ ਨਾ। ਅੱਛਾ, ਇਹ ਤੇ ਉਹ ਪੇਸ਼ਗੋਈ ਕਰ ਰਹੇ ਨੇ, ਇਹ ਉਹ ਕਰ ਰਹੇ ਨੇ ਕਿ ਮੇਰੇ ਬਾਅਦ ਇੱਕ ਰਸੂਲ ਆਵੇਗਾ ਜਿਹਦਾ ਨਾਮ ਅਹਿਮਦ ਹੋਵੇਗਾ। ਤੇ ਬਾਅਦ ਕਿੱਥੇ ਗਏ? ਉਹ ਤੇ ਜ਼ਿੰਦਾ ਵੀ ਮੌਜੂਦ ਨੇ, ਨਬੀ ਵੀ ਨੇ, ਰਸੂਲ ਵੀ ਨੇ। ਬਾਅਦ ਨੂੰ ਤੁਸੀਂ ਮੇਰੀ ਗੱਲ ਸੁਣੋ ਨਾ, ਮੇਰੀ ਗੱਲ ਸੁਣੋ ਨਾ, ਬਾਅਦ ਨੂੰ ਤੁਸੀਂ ਕਨੈਕਸ਼ਨ ਕੀਤਾ ਮੌਤ ਨਾਲ। ਹੁਣ ਮੈਂ ਤੁਹਾਨੂੰ ਸਵਾਲ ਕੀਤਾ ਕਿ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ ਫੌਤ ਹੋ ਗਏ ਨੇ, ਲੇਕਿਨ ਉਹਨਾਂ ਦਾ ਦੌਰੇ ਨਬੂਵਤ ਰਿਸਾਲਤ ਤੱਕ ਕਿਆਮਤ ਤੱਕ ਹੈ। ਕਿਸ ਤਰ੍ਹਾਂ? ਤੇ ਇਹ ਕੀ ਨਿਕਲਿਆ? ਕਿਸ ਤਰ੍ਹਾਂ ਕਿਆਮਤ ਤੱਕ? ਉਹਨਾਂ ਦੀ ਤੇ ਨਬੂਵਤ ਜਾਰੀ ਹੋ, ਤੇ ਉਹ ਬਿਲਕੁਲ ਹੋਰ ਮੈਨੇ ਚ ਬਣਦੀ ਹੈ ਨਾ ਭਾਈ। ਇਸ ਤਰ੍ਹਾਂ ਤਾਂ ਨਹੀਂ ਜਾਗ ਨਹੀਂ ਹੋ ਸਕਦੀ ਕਿ ਇੱਕ ਬੰਦਾ, ਇੱਕ ਰਸੂਲ ਜ਼ਿੰਦਾ ਹੈ, ਮੈਂ ਦੱਸ, ਇੱਕ ਰਸੂਲ ਜ਼ਿੰਦਾ ਹੈ, ਮੌਜੂਦ ਹੈ, ਨਬੀ ਵੀ ਹੈ, ਰਸੂਲ ਵੀ ਹੈ, ਜ਼ਿੰਦਾ ਵੀ ਹੈ, ਠੀਕ ਹੈ, ਤੇ ਉਹ ਕਹੇ ਕਿ ਮੇਰੇ ਬਾਅਦ ਨਬੀ ਆ ਰਿਹਾ ਹੈ, ਕਿਸ ਤਰ੍ਹਾਂ ਆ ਸਕਦਾ? ਆਈਏ ਤੇ ਮੈਂ ਤੇ ਤਾਂ ਹੀ ਦੱਸ ਰਿਹਾ ਨਾ ਕਿ ਤੁਸੀਂ ਤੁਹਾਡੀ ਤਫਸੀਰ, ਤੁਹਾਡੀ ਇਕਾਇਦ ਦੇ ਮੁਤਾਬਕ ਇਹ ਅਹਿਮਦ ਰਸੂਲ ਦੁਨੀਆ ਤੇ ਮੌਜੂਦ ਹੀ ਨਹੀਂ ਇਸ ਟਾਈਮ। ਕਿਉਂ? ਕਿ ਹਜ਼ਰਤ ਈਸਾ ਜ਼ਿੰਦਾ ਨੇ। ਜਿੰਨੀ ਦੇਰ ਹਜ਼ਰਤ ਈਸਾ ਨੇ ਵਫਾਤ ਨਹੀਂ ਪਾਣੀ, ਉਹਨਾਂ ਦਾ ਦੌਰੇ ਨਬੂਵਤ ਯਾਨੀ ਨਬੂਵਤ ਵਾਲਾ ਖਤਮ ਨਹੀਂ ਹੋਣਾ, ਉਨੀ ਦੇਰ ਤੇ ਨਵਾਂ ਅਹਿਮਦ ਆ ਹੀ ਨਹੀਂ ਸਕਦਾ, ਨਵਾਂ ਰਸੂਲ ਆ ਹੀ ਨਹੀਂ ਸਕਦਾ। ਤੁਸੀਂ ਸਭ ਤੇ ਫਿਰ ਤੁਸੀਂ ਪੂਰਾ ਕੁਰਾਨ ਨਹੀਂ ਪੜ੍ਹਦੇ, ਪੂਰਾ ਕੁਰਾਨ ਨਹੀਂ ਪੜ੍ਹਦੇ, ਤਾਂ ਹੀ ਨਾ ਮੈਂ ਤਾਂ ਤੁਹਾਨੂੰ ਦੱਸਿਆ ਕਿ ਸਹੀ ਹੈ। ਐਸ ਆਇਤ ਤੋਂ ਬਾਹਰ ਉਹਨਾਂ ਦੀ ਖੁਦ ਨਿਕਲਣਾ ਹੈ। ਹਾਂ, ਇਹ ਆਇਤ ਕਿਸੇ ਤੇ ਨਾਜ਼ਿਲ ਹੋਈ ਹੈ? ਇਹ ਆਇਤ ਕਿਸੇ ਤੇ ਨਾਜ਼ਿਲ ਹੋਈ ਹੈ? ਮੇਰੀ ਗੱਲ ਤੇ ਸੁਣ ਲਓ, ਮੇਰੀ ਗੱਲ ਸੁਣ ਲਓ। ਇਹ ਆਇਤ ਕਿਸੇ ਤੇ ਨਾਜ਼ਿਲ ਹੋਈ ਹੈ? ਮੇਰੀ ਗੱਲ ਸੁਣੋ, ਤੁਸੀਂ ਮੈਨੂੰ ਇਹ ਆਇਤ ਕਿਸੇ ਤੇ ਨਾਜ਼ਿਲ ਹੋਈ ਹੈ? ਮੈਂ ਕਹਿ ਰਿਹਾ ਆਇਤ ਕਿਸੇ ਤੇ ਨਾਜ਼ਿਲ ਹੋਈ ਹੈ? ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੀ। ਹਾਂ, ਉਹਨਾਂ ਦਾ ਦੌਰੇ ਰਿਸਾਲਤ ਨਬੂਵਤ ਖਤਮ ਹੋਇਆ ਤੇ ਰਸੂਲ ਅੱਲਾਹ ਤੇ ਨਾਜ਼ਿਲ ਹੋਈ ਨਾ। ਯਾਰ ਮੈਨੂੰ ਤੂੰ ਐਸ ਆਇਤ ਰੱਖਣਾ, ਮੈਂ ਅਗਲੇ ਸਵਾਲਾਂ ਦੇ ਜਵਾਬ ਤੈਨੂੰ ਤਦ ਦੇਵਾਂਗਾ ਜਦੋਂ ਮੈਨੂੰ ਮੇਰੇ ਬਾਅਦ ਆਏਗਾ। ਇਹ ਤੇ ਅੱਲਾਹ ਪਾਕ ਕੋ ਪੇਸ਼ਨ ਗੋਈ ਦੱਸ ਰਹੇ ਨੇ, ਇਹ ਤੇ ਅੱਲਾਹ ਪਾਕ ਕੋ ਪੇਸ਼ਨ ਗੋਈ ਦੱਸ ਰਹੇ ਨੇ ਜਿਹੜੀ ਈਸਾ ਅਲੈਹਿ ਸਲਾਮ ਨੂੰ ਹੋਈ ਸੀ। ਮੈਂ ਦੱਸ ਰਿਹਾ ਕਿ ਇਹ ਆਇਤ ਕਿਸੇ ਤੇ ਨਾਜ਼ਿਲ ਹੋਈ ਹੈ? ਤੇ ਕਿੱਥੇ ਲਿਖਿਆ ਹੈ ਕਿ ਇਹਦੇ ਤੇ ਕਿੱਥੇ ਇਹ ਆਇਤ ਕਿਸੇ ਤੇ ਨਾਜ਼ਿਲ ਹੋਈ ਹੈ? ਕਿੱਥੇ ਲਿਖਿਆ ਅਹਿਮਦ? ਇਹ ਆਇਤ ਕਿਸੇ ਤੇ ਨਾਜ਼ਿਲ ਹੋਈ ਹੈ? ਅਸੀਂ ਅਹਿਮਦ ਰਸੂਲ ਲੱਭ ਰਹੇ ਹਾਂ। ਮੇਰੀ ਗੱਲ ਸੁਣੋ, ਅਹਿਮਦ ਰਸੂਲ ਲੱਭ ਰਹੇ ਹਾਂ। ਮੈਂ ਦੱਸ ਰਿਹਾ ਨਾ ਇਹ ਆਇਤ ਕਿਸੇ ਤੇ ਨਾਜ਼ਿਲ ਹੋਈ ਹੈ? ਅਬਦੁੱਲਾ ਸਾਹਿਬ ਗੱਲ ਵੀ ਤੇ ਸੁਣ ਲਓ। ਅਸੀਂ ਅਹਿਮਦ ਰਸੂਲ ਲੱਭ ਰਹੇ ਹਾਂ, ਤੁਸੀਂ ਮੈਨੂੰ ਇੱਕ ਆਇਤ ਦਿੱਤੀ ਹੈ, ਉਹਦੇ ਚ ਲਿਖਿਆ ਮੈਂ ਦੱਸਣਾ ਹੈ ਨਾ, ਤੁਸੀਂ ਜਵਾਬ ਤੇ ਦਿਓ ਨਾ। ਇਹ ਆਇਤ ਮੁਬਾਰਕਾ ਕਿਸੇ ਤੇ ਨਾਜ਼ਿਲ ਹੋਈ ਹੈ? ਉਹਦਾ ਨਾਮ ਅਹਿਮਦ ਨਹੀਂ ਸੀ, ਉਹਨਾਂ ਦਾ ਨਾਮ ਮੁਹੰਮਦ ਸੀ।
ਮੈਂ ਗੱਲ ਕਰ ਰਿਹਾ ਕਿ ਅਸੀਂ ਉਹ ਲੱਭਣਾ ਹੈ, ਉਹ ਈਸਾ ਉਹ ਅਲੈਹ ਰਸੂਲ ਸਲਾਮ ਲੱਭਣਾ ਤੋਂ ਹੈ। ਬਾਅਦ ਆਏ کہ نہیں آئے؟ ਨਹੀਂ ਆਏ, ਹਜ਼ਰਤ ਈਸਾ ਤੇ ਜ਼ਿੰਦਾ ਨੇ, ਹਜ਼ਰਤ ਈਸਾ ਜ਼ਿੰਦਾ ਨੇ, ਹਜ਼ਰਤ ਈਸਾ ਜ਼ਿੰਦਾ ਨੇ ਭਾਜੀ। عیسیٰ علیہ السلام تے عیسیٰ علیہ السلام تے شریعت یعنی تسی کہہ رہے ہو کہ عیسیٰ علیہ السلام تے بھی شریعت اور رسالت اور نبوت انہاں دی بھی چلدی، انہاں دی بھی چلدی بھی تے اللہ پاک نے رسول اللہ نو بھی مبعوث کر دیتا، انہاں تے بھی شریعت ਇਹਦਾ جواب ਤੁਸੀਂ رسالت ਮੈਨੂੰ انہاں دی بھی ਦੇਣਾ, جاری کر دیتی۔ ਇਹਦਾ جواب ਤੁਸੀਂ ਮੈਨੂੰ ਦੇਣਾ ਹੈ। ਇਹ سوال ਜਿਹੜਾ ਤੁਸੀਂ ਮੈਨੂੰ ਪੁੱਛ ਰਹੇ ਇਹਦਾ جواب تساں دینا ہے، تساں دینا ہے جواب۔ ਅੱਛਾ حضرت ਈਸਾ ਜ਼ਿੰਦਾ ਨੇ؟ ਤੁਸੀਂ ਕਿਉਂਕਿ عیسیٰ علیہ السلام دی وفات نو عیسیٰ زندہ نے۔ رسالت اور نبوت نال ملا رہے ہو۔ ਗੱਲ ਸੁਣੋ عبداللہ حضرت سید عیسیٰ صاحب زندہ کو نے۔ بات کرنے دو، وہ آ کے بیٹھے ہیں، ان کے پاس ٹائم میں نہیں، میری بات سنیں ملک قیصر صاحب، میں نے جو بات کر رہے تھے نا، یہ نذیر صاحب سے بات کر رہے تھے، کہہ رہے تھے نذیر صاحب جواب دیو اسمو احمد ہاں تو کیا جواب میں دیا؟ صرف یہ نذیر صاحب واسطے اتنے آیا سا، انہوں نے تھلے کہہ لو کہ میں بیٹھا تھا، میں انہوں نے نذیر صاحب کہہ رہا تھا کہ منو چکو، میں عبداللہ صاحب نے گل کرنا آیا، شاہ صاحب میرے واسطے قابل احترام نے، لیکن میں انہوں نے فی الحال گل نہیں کر سکتا، میں صرف عبداللہ نے کرنا آیا۔ عبداللہ بڑی وڈی محکم آیت لے کے، بڑی پیاری آیت لے کے آیا ہے جہدے وچ لکھیا ہے کہ جو میرے بعد آئے گا، تے بعد عبداللہ ماندا نہیں پیا، عبداللہ کہہ رہا ہے نہیں بعد ہویا کو نہیں، پھر رسول کتوں آ جانا ہے؟ سر ہن ایک منٹ دے دیو، پتہ کہ اجا تسی صاحب مجھے دیر تھوڑا ہوگی بات کرنے دیجیے۔ نہیں جی۔ میں جی سوائے کج بیسی تو کچھ نہیں کرے، جواب دیو بھائی۔ ایک سر، منٹ جواب بھائی، دے ایک منٹ، دیں۔ آپ کجبیسی کر رہے شاہ صاحب ہیں آپ بات کریں۔ عبداللہ صاحب، آپ کجبیسی کر رہے ہیں، آیات پڑھ لیجیے، آپ نے غلط پڑھی۔ بات یہ ہے جو آیات آپ نے پڑھی اس میں آپ نے غلطی کی، وہ کیا ہے؟ وَإِذْ قَالَ اللَّهُ وَإِذْ قَالَ عِيسَى ابْنُ مَرْيَمَ يَا بَنِي إِسْرَائِيلَ إِنِّي رَسُولُ اللَّهِ إِلَيْكُمْ مُصَدِّقًا لِمَا بَيْنَ يَدَيَّ مِنَ التَّوْرَاةِ وَمُبَشِّرًا بِرَسُولٍ يَأْتِي مِن بَعْدِ مَوْتِي من بعد وفاتی اسمہ احمد۔ آپ نے وفات کا لفظ پڑھا ہی نہیں۔ مولوی تم کتنے جو ہے وہ دھوکہ دہی کرو گے؟ پڑھو دیکھو اس میں لکھا ہوا ہے مبشرا برسول یاتی من بعد وفاتی اسمہ احمد۔ وفاتی آپ نے چھوڑ دیا، صرف بعد ہی پڑھا، وہ ہے دیکھو نا، کھول کے دیکھو قرآن مجید میں۔ پیر صاحب میرے خیال سے عبداللہ پیر صاحب بات کرنے دیں عبداللہ کو۔ فضول گفتگو کیا بات کر بھائی؟ من بعدی، یہ تو نہیں کہا کہ من بعد وفاتی یا مماتی، کچھ کہا میرے بعد؟ کچھ نہیں کہا۔ اب میرے بعد عبداللہ ہی بولیں گے، کیا میں مر گیا ہوں؟ میرے بعد اب آپ بولیں، آپ بولنا شروع کر دیں گے آسکا نے مر گیا؟ بھائی من بعدی، میرے بعد، میں رسول ہوں، آیا ہوا ہوں۔ سکھو عبداللہ صاحب، اب میرے بعد ایک رسول آئیں گے، ان کا نام یہ محمد چیز لیکن لفظ وفات کہاں ہے؟ کہہ رہے ہیں عبداللہ صاحب کو سکھو، عبداللہ صاحب سکھو، زاد اسکانی صاحب کو حبیبی اسمانی، کیا آپ کے آپ جو ایویں نہیں آیت لے کے لکھ چکے ہیں، جواب دیو۔ قرآن جو آپ لکھ چکے ہیں وہاں من بعد موتی ہے، ٹھیک ہے، من بعد موتی ہے۔ ہوں انہوں نے میں جواب دینا ہے۔ یہ نہیں عبداللہ، لفظ نکال دیا ہے، نکالا۔ گل سنو عبداللہ صاحب، تینوں خود نو سکھا رہے نے، ٹھیک ہے، تے تو آیت چک کے نزیر صاحب ٹھیک ہے، وہ منو سکھان گے، میرے بزرگ نے جو بھی ہے، میرے بزرگ نے شاہ صاحب بھی آ کے بیٹھے نے، وہ بھی انتظار کر رہے نے، تسی کی جواب دیتا ہے؟ میں وہی تانوں دسنے نا، تسی جڑا نا، تسی کی جواب دیتا، تسی کی ثابت کیتا اودوں دا بیٹھ کے؟ دیو نا جواب۔ صاحب دے نال تسی بہت رولا پا رہے ہو۔ ہن اچھا عبداللہ، میں ثابت کرا زاد اسکانی صاحب نو بلایا ہے، ایک میں کر کے ثابت گل کروں کرو، کہ بعد ہی نال کوئی تعلق نہیں ہے، نہ موت نال، نہ رسالت اور نبوت دا تعلق ہے موت نال۔ بہرحال اے وے کہ اس آیت دے مطابق بعد جڑا میرے نظر دے وچ او یہی ہے کہ جنی دیر وفات نہیں ہونی، نہیں، لفظ وفات مولوی نے نکال دیا ہے، لفظ وفات یہاں نکال دیا، لفظ وفات۔ زاہد صاحب میں نے پیر صاحب عبداللہ صاحب سے بات کرنا تھا۔ آج عبداللہ کو سیکھنا، چلیں کر لیں، لفظ وفات اس میں موجود ہے، مولویوں نے نکالا، ایسا ہے نا؟ 1112 بھائی، عبداللہ صاحب دے جواب ان کو۔ آپ کو جواب دینا ہے اب۔ لفظ وفات یہاں پر موجود ہے، مولویوں نے خیانت کی، آپ نے جو قرآن لکھا ہوا ہے اس میں موجود ہے لفظ وفات، ہمیں دکھائیے۔
بھائی یہاں پہ جو لکھا ہے نا زاہد اسکانی صاحب اسی کو ہم نے لینا ہے. ہاں کیا وفات لکھا نہ لیں، دیا ہے؟ بعد ہاں بعد لینا ہے ہم نے. ہاں ٹھیک ہے، تو بعد کیسے ہوتا ہے؟ میرے بعد ابھی بات کریں آپ. کیا میں مر گیا ہوں؟ تو اس کا ضروری تو نہیں مرنا ہوتا ہے. تو پھر کیا یہاں پہ ہوتا ہے بھائی؟ دیکھیں، میں یہاں ابھی پہ پھر بات کب سے کروں کہہ رہے گا. ہیں کہ اس میں مرنا مجھے شرط میری نہیں ہے. بات سن لے، میری بات میں سن لے. بات کرتا ہوں، جب میرے تک بعد وہ آپ دور بات کریں گے. رسالت ڈال رہا ہے نا، وہ دور یہ تو رسالت ایک ڈال رہا ہے. ایک عام وہ دور فہم بات رسالت ہے. ڈال رہا ہے نا، وہ دور رسالت ڈال رہا تھا عبداللہ صاحب آپ کے. سن وہ کہاں پہ لیجئے. لکھا ہے یہاں پہ؟ نہیں آپ دور جو ہے رسالت اس نے ڈالی. غلط سوال کر رہے تھے. زاہد اسکانی صاحب انہوں اصل نے میں دور آپ یہ بتا دیجئے رسالت ڈال رہا کہ تھا. یہاں پر خاموش رہیے، میرے بات بولیے. میرے بات بولیے، بالکل. لا ہاں نبی میرے بات آبادی، بولیے. لا آپ میری نبی بات آبادی، کریں. بالکل. ہاں میرے بات کریں. اب میری بات جب آپ بات کریں گے، یہاں پر کیا ہے؟ یاتی من بعدی، میرے بعد آئیں گے. یہاں یہ تو نہیں ہے کہ جب میں مر جاؤں گا، دنیا سے چلا جاؤں گا تب آئیں گے. ایسا ہے نہیں. یہ ہے میرے بعد. آپ بولیں گے کیا میں مر گیا ہوں؟ اب آپ بولیے کیا مجھے مرنا اب اس سے میری موت میں ثابت بولتا ہوگی؟ ہوں، کیونکہ آپ بعد میں بولیں. زاہد اسکانی صاحب میں ایک لفظ بولتا ہوں، لا بولیے. نبی آبادی. ترجمہ کریں اس کا. میرے بعد کوئی نبی نہیں. تو اب یہاں پہ بات کا مطلب کیا لے رہے ہیں؟ نبی یعنی کے کہ بعد جو کوئی دورے نہیں. قیامت کے بعد سن کوئی نبی لیجئے، نہیں، کیونکہ نبی پاک صلی اللہ علیہ وسلم کا قیامت تک دورے نبوت ہے، تو قیامت کے بعد کوئی نبی نہیں. یہ کہنا چاہ رہے تھے نبی پاک صلی اللہ علیہ وسلم ہمیں، سن لیجئے یہ بات سمجھانا چاہ رہے تھے. سن لیجئے نا. جی سن لیجئے، سمجھا بتا لیں، دیتا سمجھا ہوں لیں. آپ کو. سن لیجئے. لا نبی بعدی، نبی علیہ السلام نے فرمایا. یہ نہیں فرمایا کہ میں جب وفات پا جاؤں گا اب کوئی نبی نہیں آئے گا. نہیں نہیں نہیں. ہاں جی، نبی موجود ہوتے ہوئے بتا رہے ہیں کہ آپ کا مقام وہی ہے جو ہارون کا تھا، لیکن لا نبی بعدی. نبی تو وفات تو نہیں پا گئے تھے، موجود تھے. ٹھیک ہے، آپ کا مقام وہی ہے حضرت علی ٹھیک جو ہے، ہارون کا ہے. ٹھیک ہے. لیکن میرے بعد کوئی نبی نہیں. یعنی جب میں آیا ہوں اب کوئی نبی نہیں آئے گا. نبی تو وفات تو نہیں پا گئے تھے. یہاں پہ بات کی، دیکھیں یہ آپ لے رہے تفسیر ہیں، آپ اس سے یہ تفسیر آپ نے لے رہے ہیں. بالکل چینج کر لی ہے. اب آپ نے کیوں تفسیر چینج کر بالکل لیا؟ چینج کر لی ہے. وہاں پہ چینج کر بات کا لیا؟ مطلب اور نکال رہے ہیں، یہاں پہ بات کا مطلب اور نکال میں رہے ہیں. سیم نکال رہا ہوں. کیوں نکال رہا ہوں بھائی؟ کیسے دیکھیں، نکال رہے ہیں؟ نبی علیہ السلام موجود تھے بنفس نفیس. حضرت علی کو کہہ رہے ہیں کہ میرے بعد کوئی نبی نہیں. آپ اس سے یہ لے رہے جب بات کہہ دیا یعنی وفات پا جاؤں تب کوئی نبی نہیں. وہ موجود ہیں تو کہہ رہے ہیں. ٹھیک ہے، یعنی کہ وہ لا نبی آبادی کا تعلق آپ کے کہنے کے مطابق ختم نبوت سے 1% بھی نہیں ہے. آپ یہی کہہ رہے ہیں، یہی کہہ رہے ہیں یہ نا؟ نہیں آپ زاہد اسکانی صاحب، ابھی آپ نے دو رائے نہیں بنانی. لا نبی آبادی کا 1% بھی تعلق ختم نبوت سے نہیں ہے. آپ یہی کہہ رہے ہیں نا؟ ایک منٹ آپ نے ابھی ایک منٹ. دوبارہ بولیں، سن جو سن آپ کے نے بات سن کی ہے کے دوبارہ بولنے، دوبارہ بولنے. بسم اللہ، سن بسم لیجئے. اللہ. سن لیجئے. جی نبی علیہ السلام جب مبعوث ہوئے، جی اب نبی کے بعد کوئی نبی اور نہیں آئے گا. جی، بس نبی بس یہاں پہ موجود بس. ہے. نبی موجود ہے. حضرت علی رضی اللہ عنہ کا مقام وہی ہے جو ہارون کا ہے، لیکن ٹھیک وہ ہے. نبی نہیں ہے. نبی کیونکہ ابھی موجود نبوت کا ہیں، درجہ کسی کو. جی نبی موجود ہیں، نبی جی. کے بعد کوئی نبی نہیں ہے. یعنی کہ میں یہ آپ حضرت کو علی تک محدود ہوگی یہ بات. آپ نے خود یہ بادی کا جو محدود آپ یہ کی ہے نا. بادی سے آپ نے یعنی جو کہ اس یہ میں سمجھ لیا. وفات نہیں نکل رہی، اس میں وفات نہیں نکل رہی کہ میرے بعد والی وفات کے بعد والی جو زندگی ہے اس میں یہ بعد نہیں جائے گا. آپ یہی کہہ رہے ہیں نا؟ میں یہ نہیں کہہ رہا ہوں، تو یہ پھر آپ کہہ رہے ہیں. آپ وہاں پہ اس کیسے کو وفات کے بعد بادی سن کو تو لے رہے ہیں؟ لیجئے. سن لیجئے. آپ میں یہ نہیں کہہ رہا ہوں. وفات کے بعد والی بادی کو نہیں لیں گے. بادی سے نہ وفات مراد ہے نہ حیات مراد ہے. ہاں جی، ٹھیک ہے، ہاں ٹھیک ہے. ہاں میں کہہ رہا ہوں نا، آپ نے جی. جو نبی کریم صلی اللہ علیہ وسلم کی بادی کو لیا ہے وہ حیات والی بادی ہے، وفات والی بادی نہیں ہے. کون کہتا ہے یہ؟ آپ نے کہا ہے نا ابھی کہ کب وفات کے کہا؟ بعد جو بادی کب ہوتا کہا؟ ہے. میں نے کہا یہ زاہد صاحب، بادی کا مطلب یہ نہیں ہے کہ انسان مر جائے تب ہاں کوئی جی، نہیں آئے گا. ہاں زندہ جی، ہوتے ہوئے نبی علیہ السلام نے فرمایا. یہی حضرت بات علی میں کہہ رہا موجود تھے. ہوں، یہی بات میں کہہ رہا ہوں کہ نبی علیہ بادی کا مطلب السلام ہے. موجود ہاں تھے. جی، نبی علیہ ہاں السلام جی، نے لا نبی آبادی فرمایا. ٹھیک ہے، ٹھیک ہے. ہاں میں حضرت یہی علی کو بات کہہ رہا ہوں فرمایا. نا کہ جی. زندہ والے بادی ہم نے اس سے جو آپ اپنے یہ کیوں لے زندہ رہے ہونے ہیں کی کہ نہیں، میں حضرت نہیں لے عیسیٰ رہا، علیہ آپ لے رہے ہیں. السلام نے یہ فرمایا نہ کہ نہ نہ، میرے میں نہیں لے بعد رہا. ایک رسول آئے گا، اس کا نام احمد ہوگا. گویا کہ حضرت عیسیٰ اب وفات پا گئے تب آئے ہیں. یہ کیوں لے رہے ہیں بات سنیں جب اس سے مراد یہ ہے ہی نہیں؟ بات تو سن لیں زاہد صاحب. آپ نے ابھی جو لا نبی آبادی کی تفسیر بتائی ہے کہ ایک زندہ رسول ہے، اس نے بتایا ہے حضرت علی کو کہ میرے بعد کوئی نبی نہیں ہے.
اس کا مطلب قطعاً یہ نہیں ہے کہ میرے وفات ہونے کے بعد کوئی نبی نہیں ہے، یہی کہہ رہے ہیں نا، مطلب اس کا یہی نہیں اللہ یہاں ایسا پہ نہیں، سب بالکل 70 بندے دیکھ رہے ہیں، آپ نے ابھی بتایا کہ بعد ہی کے بعد قطعاً یہ مطلب نہیں انہوں نے یہ نہیں کہا، یہ ایک بار بھی یہ نہیں کہا، یہ یہ نا خیانت مت کریں، بولتا زیادہ خیانت کر یہ رہا ہے، خیانت مت انہوں نے کریں، کہا ہے جس کہ طرح سے لا نبی عبداللہ بھائی آبادی کا سنیے، اس بات جس کی طرح سے آپ نے اس پہلے میں یہ نہ خیانت موت کی، نہ حیات، اس میں دونوں نہیں ہیں۔ ایک منٹ بھائی جان، جس طرح پہلے آپ نے یہ خیانت کی کہ حضرت عیسیٰ نے فرمایا میرے بعد، یعنی جب حضرت عیسیٰ وفات پا گئے تب آئے، یہ آپ نے خیانت کرنے کی کوشش کی، میں نے آپ کو سمجھایا نہیں، یہاں بادی کا مطلب موت نہیں ہے، بھلے زندہ ہوں بھلے وفات پا گئے ہوں، ٹھیک ہے، یہ ضروری نہیں، اس سے موت ثابت نہیں ہوتا۔ پھر میں نے آپ کو وجہ بتا دی، نبی علیہ السلام، اگر آپ اس سے یہ لے رہے ہیں کہ حضرت عیسیٰ وفات کر گئے تب تو رسول آئے ہمارے، ٹھیک ہے، اس کو وفات مانو، کیونکہ وہ اگر وہ زندہ ہوتے تو نہیں آتے، تو آپ نے یہاں خیانت کی، غلط سمجھا، وہ بادی کا مطلب موت نہیں ہے۔ اگلی پھر بار میں نے آپ کو یہ سمجھایا، اگلی حدیث سن لیجئے، آرام سے سن لیجئے، اب یہ آپ خیانت کرنا چاہتے ہیں کہ چونکہ نبی علیہ السلام سے زندہ تھے تو تب کوئی نبی آ نہیں آ سکتا تھا، لیکن وفات پا جائے کوئی مسئلہ نہیں، نہیں ایسا نہیں ہے، یہ بادی سے نہ وفات مراد ہے نہ حیات مراد ہے۔ ہاں جی، تو بادی کا مطلب یہ ہے کہ اب میرے زاہد صاحب اگر یہاں پہ رک جائیں گے نا، جہاں پہ رک جائیں گے سن لیجئے، اپنی خیانت بعد میں کیجئے، سن لیجئے، اپنی خیانت بعد میں کیجئے، پورا سن لیجئے۔ کر لیں حضرت عیسیٰ علیہ السلام نے فرمایا میرے بعد ایک رسول آئیں گے، یہ نہیں فرمایا میں جب وفات پا جاؤں گا تب آئیں گے، اب اس سے وفات ثابت نہیں ہوتا، رسول آ گئے، حضرت عیسیٰ کا معاملہ زندہ ہیں یا وفات پا گئے ہیں وہ پھر ایک اور مسئلہ ہے، یہاں ثابت نہیں ہوتا۔ اسی طرح نبی علیہ السلام نے فرمایا کہ انت منی بمنزلت ہارون من موسیٰ، انت منی بمنزلت ہارون من موسیٰ، جی، تو آپ کا مقام وہی ہے جو ہارون کا تھا موسیٰ کے ساتھ، لیکن میرے بعد کوئی نبی نہیں، ٹھیک ہے، آپ کا مقام وہی ہے، ٹھیک ہے، لیکن آپ نبی نہیں ہیں، ٹھیک ہے، یعنی نبی علیہ السلام، میں آپ کی یہاں تک بات مان گیا نا، سن لیجئے، سن لو نا، سن لو، ہم لوگ تو میوٹ بھی نہیں کر رہے، سن لو، ٹائم پورا دے رہے ہیں، مکمل بات کیجئے، ہلڑ بازی سے کوئی فائدہ نہیں۔ نبی علیہ السلام نے اپنے حیات میں حضرت علی کو کہا، زندہ تھے، کہا کوئی نبی نہیں۔ نبی علیہ السلام کے اور بھی احادیث ہیں، انا خاتم النبیین، سنو کان کھول کر، میں آخری نبی ہوں، یا آپ کا ترجمہ لیجئے میں افضل نبی ہوں۔ آگے فرمایا، کیا فرمایا؟ لا نبی بعدی، میرے بعد کوئی نبی نہیں آئے گا، یہ ہے، یہ نہیں کہا میرے وفات کے بعد، ایک لفظ بھی نہیں ملے گا کہ میرے وفات کے بعد یا میرے حیات کے بعد۔ زاہد صاحب آپ دیکھیں، آپ جو بات کر رہے ہیں نا، آپ دو رائے دے رہے ہیں مجھے، ایک دے رہے ہیں یہاں پہ جو بات ہے، ایک وہاں پہ دے رہے ہیں جی میرے بعد وفات کے بعد کوئی نبی نہیں آئے گا، یہ بات، یا اگر وفات کا لفظ آپ نے بھی سے نکالنا ہے تو اس آیت کا تعلق ختم نبوت سے نہیں ہوتا، اس حدیث کا ختم نبوت کے ساتھ آپ نہیں ملا سکتے۔ اب دو رائے مجھے بتا رہے ہیں کہ یہاں پہ آپ نے بات جو لینا ہے وہ اس میں سے وفات نکال دینی ہے، جو بعد والا اس کے حدیث میں سے لینا ہے اس میں بعد والا وفات بھی ڈالنی ہے اور وہ حیات والا بھی ڈالنا ہے، آپ دو بنا رہے ہیں وہاں پہ، تو پھر یہاں پہ کیوں نہیں ڈال سکتے بھائی؟ اگر یہاں پہ لکھا ہے کہ جو میرے بعد آئے گا، نہیں، تو ہمیں اس پہ کیوں مطلب نہیں لے سکتے کہ وفات کے بعد یہ اپنے پاس ہے، پھر وہ خیانت عبداللہ کر رہے ان ہو۔ کو بات پوری کرنے دیجئے۔ ہاں، میں کہہ رہا ہوں کہ یہاں پہ دو معنی بن سکتے ہیں نا، جو میرے بعد آئے گا، یہاں وفات کے بعد آئے گا یا کوئی کس کے بعد آئے گا، کون سا بعد ہے یہ؟ میرے بعد کا مطلب کون سا بعد ہے؟ ہو گیا، کہیں پہ نہیں، میں پوری کر لوں نا، یہاں پہ کہیں پہ نہیں لکھا کہ یہ کون سا بعد ہے، ٹھیک ہے؟ اس کو ملانے کے، اس کو بعد والا بعد کے، آپ کہہ رہے ہیں کہ یہ بعد والا مطلب ہے کہ دور نبوت کے بعد، دور نبوت تو تب ہوتا اگر ان کا وفات ہونی تھی، دور نبوت ختم ہونی تھی۔ آج تک پیچھے کوئی مثال دکھا دیں کہ ایک نبی آیا، اس دوسرے نبی نے آ کے پہلے والے نبی کی دور نبوت ختم کرتی ہو، کبھی نہیں ہوتا جب تک کہ وہ زندہ ہو، ٹھیک ہے؟ نہیں ہوتا ایسا۔ آپ نے اس کا میں نہیں بتایا کہ یہ حیات والا بعد ہے، میں نے کہا ٹھیک ہے جی، بات ہو گیا، اب لا نبی آبادی پہ آ جائے۔ آپ نے کہا تب تو حضور پاک صلی اللہ علیہ وسلم خود زندہ تھے، انہوں نے حضرت علی کو اس طرح بولا تھا لا نبی آبادی کا، اس لیے وہ بعد والا ہم نے بعد والا حیات پہ لینا ہے، یہ بھی حیات پہ لینا ہے۔ اب جب میں نے آپ سے یہ پوچھا ہے کہ بھائی پھر اس کا بعد کا مطلب وفات سے نہیں ہو سکتا، آپ نے کہا نہیں، وفات کا بھی ہو سکتا ہے،
تو جب وفات کا ہو سکتا ہے تو پھر وفات کا یہاں کیوں نہیں ہو سکتا اسی آیت پہ؟ یہی میری بات ہے، یہی میرا مدعا ہے، اچھا اس ٹھیک کے ہے، علاوہ کوئی ہو گیا، مدعا نہیں ہے۔ آپ کا مسئلہ ختم ہو گیا۔ اب دیکھیں بھائی، میں آپ کو آرام سے سمجھا دیتا ہوں۔ میرے بعد آپ بولیں گے، اس سے آپ زندہ والا لیں گے یا مردہ والا لیں گے؟ میرے بعد آپ مرے ہوئے، میں جب مر جاؤں گا آپ بولیں گے، یا میں زندہ ہوں بولیں گے؟ دونوں میں سے کون سا ایک لے لیجئے، دو نہیں لے سکتے آپ، بتائیے۔ میں پوچھوں گا آپ زندہ ہیں یا آپ وفات پا گئے ہیں؟ میں نے اتنا ہی کہا آپ سے ہاں جی، کہ میرے بعد آپ بولیں گے۔ اب ٹھیک اس ہے، سے دنیا والے کیا سمجھتے ہیں؟ آسکانی نے یہ کہا کہ مر جائے گا آپ بولے گا، یا میں آسکانی بتاتا ہوں، زندہ میں ہے؟ بتاتا دونوں ہوں، میں سے کون سا ٹھیک ہے۔ آپ سمجھیں گے؟ اس سے ثابت یہ ہوتا ہے کہ جب آپ یہ بولیں گے کہ لا نبی بعدی، لا اس سے نبی آبادی چھوڑ میں دیجیے، بات بلا سن لینا، بات سن سن لینا۔ لیجیے، نہیں نہیں، ہم نے جتنا میرا دونوں سوال بات ہے ہی اس کا ایک ہی معنی میں لینی ہے، بھائی ایک ہی جان۔ معنی میں، ایک ہی تشریح میں لینی ہے۔ اچھا کون سے میں لیں گے؟ وہ آپ بتانا ہے نا، ابھی آپ نے میں بولا ہے وہی تو کہہ کہ رہا لا ہوں نبی نا، بعدی، لا نبی بعدی۔ میں تو آپ کو بتا میں رہا بتا ہوں رہا ہوں، بھائی۔ میں وہی بتا رہا ہوں کہ آپ آپ نے نے بولا بتا ہے تو دیا، اب میرا جواب دیجیے نا۔ میں وہی جواب دینے لگا ہوں نا، اب تھوڑا سا میرا تفصیلی جواب ہے۔ جیسا کہ آپ نے بولا کہ میں آپ کو بولوں کہ میرے بعد بولو تو آپ بولو گے، ٹھیک ہے؟ اسی طرح اگر آپ مجھے بولیں گے لا نبی بعدی، تو اس کا قطعاً مطلب نہیں ہے کہ میری وفات کے بعد بعدی، یہی کہ جب میں جا رہا ہوں کہ میرے بعد کوئی نبی نہیں ہے، کچھ دیر بعد کر لیں، ٹھیک ہے؟ یہاں پہ بھی بات کچھ دیر والا کیا ہے نا، مطلب کہ کچھ دیر والا بعد، ٹھیک ہے، کوئی مسئلہ نہیں، لینا مطلب یہاں پہ لینا لے لیں، اسی تو یہی مطلب لے لیں، لیکن وہاں پہ بھی یہی میں مطلب لینا ہے۔ سمجھا نہیں۔ پھر میرا سوال سن لیجئے، جی میں آپ کو یہ کہتا ہوں کہ میرے بعد آپ بولیں۔ ٹھیک ہے، اب اس سے میرے بعد سے آپ کیا لے رہے ہیں؟ کہ میں زندہ ہوں آپ بولیں گے، یا نہیں بولیں گے؟ جب تک میں زندہ ہوں، مر جاؤں گا تب بولیں گے؟ بتائیے۔ نہیں میں تو بولوں گا آپ زندہ بھی ہوں گے، اس کے بعد میں آپ کو بتاؤں گا بھائی میرے بعد آپ بولے۔ یعنی آپ کیا لے رہے ہیں؟ ایک لے لیجئے، موت لے رہے ہیں یا میرا زندہ ہونا لے رہے نہیں، یہاں پہ یہ ہو رہا ہے نا، یہاں پہ میں بھی زندہ ہوں، آپ بھی زندہ ہے، ٹھیک ہے؟ ہیں؟ آپ بھی زندہ ہے نا، میں بھی اچھا زندہ ہوں، میں بھی زندہ ہوں، جیسے کہ سن لیجئے، حضرت محمد صلی اللہ علیہ وسلم بھی زندہ تھے، حضرت علی بھی زندہ تھے، سن تو ٹھیک ہے؟ لیجئے۔ تو حضرت بات محمد یہ صلی اللہ ہے، علیہ وسلم نے کہا میرے بعد کوئی نبی نہیں، حضرت علی اس کو ہاں مان گئے کہ حضور نے کہہ دیا کہ میرے بعد کوئی نبی نہیں، اس کا ہاں مطلب یہی ہے کہ میرے ہاں بعد کوئی نبی نہیں، لیکن ہاں، اس بس کا قطعاً مطلب نہیں ہے کہ حضور ہاں پاک صلی اللہ علیہ وسلم وفات پا جائیں اور اس کے بعد کوئی نبی نہیں۔ ہاں، وہی میں یہی مان رہا یہی تو آپ کو ہوں، سن لیجئے۔ یہی تو میں آپ کا منوا رہا تھا، آپ مان گئے کیا ہیں، بس بات کیا ختم۔ منوا رہے تھے؟ کیا منوا رہے تھے؟ آپ بتائیے۔ نے ابھی مانا ہے نا کہ بھئی کیا یہی تو کیا ابھی کیا بتائیے؟ کہ ہاں جی، کہ حضرت ہاں علی سے حضرت محمد صلی اللہ علیہ وسلم یہ کہہ رہے تھے کہ ہاں میرے بعد کوئی نبی نہیں، اس کا ہاں مطلب میں جا رہا ہوں تو میرے پیچھے ہاں سے کوئی نبی نہیں ہے، تو میرے ہاں بعد کوئی نبی نہیں ہے، اس کا ہاں قطعاً مطلب یہ نہیں ہے کہ جب میں ہاں۔ وفات پا جاؤں اور اس کے بعد نبی نہیں ہے۔ اچھا، یہی تو میں آپ نے کہا ہاں جی بالکل، یعنی ابھی آپ نے یعنی ہاں جی بولا ہے، ابھی یعنی اب آپ کو پتہ ہے یہ بات الٹی پڑ جائے گی اور اب آپ ہاں، فوری طور پر اس پہ بھاگ جائیں گے، اچھا نہیں نہیں، یہ سن لیجئے، خیانت نہ کرو، یہ سن لیجئے، بازی نہ چلیں کرو، چرب سن زبانی لیجئے۔ نہ عبداللہ کرو، صاحب، اچھا ٹھیک ہے؟ آزاد اسکانی صاحب ایک منٹ دیجیے گا۔ عبداللہ صاحب بات جو ہے نا ابھی ایک منٹ، تھوڑی دیر ایک منٹ، پہلے ایک آپ نے بھی منٹ، ایک سنی ہے، منٹ، اگر کوئی نیچے ایک بندہ منٹ بھائی، ریکارڈنگ کر ایک رہا ہے نا، منٹ، ایک منٹ، ایک وہ منٹ، بھی یہ بات سمجھ گیا ہوگا کہ زاد اسکانی صاحب نے کہا ایک منٹ خاموش رہیے بھائی۔ دیکھیں، آپ نے یہاں پر یہ کوشش کی کہ جب حضرت عیسیٰ نے یہ کہا کہ میرے بعد ایک رسول آئیں گے، اس کا نام ہوگا احمد، بعد سے آپ یہ جو ہے بتانا چاہتے تھے کہ وہ وفات پا گئے تب آئے ہیں، تو بعد سے مراد وفات نہیں ہے، آپ کو یہ سمجھانا ہے۔ پھر میں نے کس طرح سے آپ کو سمجھایا کہ اگر آپ یہاں لے رہے ہیں اس کا مراد یہ کہ حضرت عیسیٰ وفات پا گئے، کیونکہ انہوں نے کہا میرے بعد، تو وفات پا گئے تب نبی آئے ہیں، تو میں نے آپ کو یہ بتایا نبی علیہ السلام زندہ تھے اور حضرت علی کو کہا میرے بعد کوئی نبی نہیں، تو وہاں تو زندہ ہیں، تو وفات کیسے؟ وفات سے کیوں آپ وابستہ کر رہے ہیں اس کو کہ حضرت عیسیٰ وفات پا گئے اس لیے نبی آئے ہیں؟ یہ آپ کو سمجھانا مراد تھا۔ رہی بات لا نبی بعدی، اس سے مراد نہ وفات ہے نہ حیات، کوئی اس سے وہ وابستہ نہیں ہے۔ میرے بعد اب کوئی نبی نہیں آئے گا، یہ حضرت محمد صلی اللہ علیہ وسلم نے پیشن گوئی کی، حضرت عیسیٰ علیہ السلام نے پیشن گوئی کی کہ میرے بعد ایک نبی آئیں گے۔ یہ اس سے مراد موت نہیں ہے، نہ وہاں مراد موت ہے نہ یہاں مراد موت ہے، موت سے کوئی واسطہ نہیں ان دونوں یہی تو باتوں میں کا۔ کہہ رہا ہوں، دونوں سے مراد کوئی موت نہیں، یعنی کہ ہاں، اگر تو پھر اس وقت کیوں میں کال کر وہی رہے تھے تو بات عبداللہ کر سے؟ رہا ہوں نا،
क्यों यही क्यों तो- निकाल कर रहे थे अब्दुल्ला मेरी से तो कि बात तो कहाँ सुन है लिया। हजरत ईसा वफात पा गए, क्यों कह रहे थे? बात तो सुन लिया जाहिद साहब, बात सुन नहीं नहीं, इसका जवाब दीजिए कि उस मैं वक्त वही क्यों बात कह कर रहा रहे हूं ना। थे हजरत आपके- ईसा वफात अब पा के देखिए, तब नबी मैंने आए, क्यों कह रहे थे? आपकी बात समझी है ना, आपकी बात समझी है। आप कह रहे हैं कि ला नबी आबादी का पीर साहब मतलब इसने वही अच्छा जी, कजबैसी करते चलो रहने, जी। बहुत हो गई बात। आप बहुत ये हो गया। बताओ कि हम आप छोटी सी इसमें बात मिर्जा तो कर साहब को लें। कैसे डालते हो वो मेरी तो बताओ। बात सुन ले, छोटी सी बात सुन ले, छोटी सी बात सुन ले। मिर्जा साहब को इसमें कैसे डालते हो वो बताओ, यार मैं जो बात समझाऊं जाद इसकानी साहब की, वो मैं आपको समझा लूं। या ये बता दो, यार बादी को मैं छोड़ दो, अब्दुल्ला इस साहब इस्मो जो बात अहमद में जाद कौन इसकानी कौन साहब शामिल है वो बताओ। मेरी बात सुन ले, जो जायद इसकानी साहब ने मुझे बात वो समझाई काफी है, हो गई है बहस उस पर, अब पर आपने उसमें छोटी कजबैसी नहीं, शुरू कर दिया मुझे उसमें। देखें, अभी जो आखिरी अल्फाज उन्होंने बोले हैं उस पर आखिरी बार उनको बात कर लेने दें अब्दुल्ला साहब, उनको आखिरी बार बात कर लेने दें, फिर बात कर। माइक म्यूट हाँ कर, जी, म्यूट करें माइक। जज़ाकल्लाह। बात यह है कि अभी जाहिद इसकानी साहब ने बोला है कि मैं जब यहाँ पे बादी का मौत कर रहा था, उसका कतन ये मानी मौत नहीं था बनता, ठीक है। इसी तरह उन्होंने मिसाल दी जैसे कि ला नबी आबादी, उसके बाद उसका उससे मराद भी कतन ये नहीं होता कि हज़रत मोहम्मद सल्लल्लाहु अलैहि वसल्लम की वफात के बाद कोई नबी नहीं है, ठीक है। बस इतना सा मुद्दा था जो साबित पीर इसकानी साहब ने कर दिया है। आप भी समझ जाएं, मैं भी समझ गया हूँ, नीचे लोग भी समझ गए हैं कि ला नबिया का तल्लक कब इस बात से नहीं है कि हज़रत मोहम्मद सल्लल्लाहु अलैहि वसल्लम वफात पा जाएं और उसके बाद रसूल नहीं आएगा या नबी नहीं आएगा, बस इतनी सी बात है। अगली बात अब ये आप करें, मैं आपने बोला कि बहुत ज़्यादा बात हो गई है, तो अभी मैं भी फिर इजाज़त चाहूँगा। ठीक नहीं हो गया, ये ठीक बात हो जो गया, बस आखिर में की ये तो पीर साहब ने की अब्दुल्ला नहीं। माइक म्यूट करें, माइक म्यूट करें, माइक म्यूट करें। वो ठीक कह रहे हैं कि जो पीर अस्कानी भाई ने बात की है वो यही है कि इससे मौत मुराद नहीं है, ना ही नबी अलैहिस्सलातु वस्सलाम की, ना ही सैयदना मसीह अलैहिस्सलाम की, बस इतनी बात है। वो मान गए हैं कि ना उनकी मौत मुराद है ना उनकी मौत मुराद। बादी असल में बादी जब नबी कह देता है ना मिम्बादी, तो जब वो कहते हैं मिम्बादी, उस वक्त से बादी का पीरियड शुरू हो जाता है। पहले साल कहा, 10वें साल कहा, हिजरत के 50वें साल कहा। जब बादी कह दिया, जब ईसा अलैहिस्सलाम ने कह दिया ना मिम्बादी, मेरे बाद इस्मुहु अहमद आएंगे, जिनका नाम अहमद होगा वो आएंगे। जब ईसा अलैहिस्सलाम ने कह दिया तब से वो पीरियड शुरू हो गया। कब आएंगे ये अल्लाह को पता है। ये नहीं कहा 500 साल बाद आएंगे, 571 साल बाद आएंगे, 100 साल बाद आएंगे, मेरे बाद आएंगे, बस वो बाद ही का। इसी तरह से जब नबी अलैहिस्सलातु वस्सलाम ने फरमा दिया ला नबी बादी, मेरे बाद कोई नबी नहीं, जब आपने फरमा दिया उसी वक्त से बादी का पीरियड शुरू हो गया कि अब से लेकर मेरे बाद कोई नबी नहीं, मैं जिंदा हूँ, मैं फौत हो गया, कोई फर्क नहीं पड़ता। यही बात वो कह कर गए हैं, मेरा ख्याल है उनको समझ आ गई है। तो ज़रूरी नहीं होता कि गालम गलोच करके एक दूसरे को अलविदा कहना है। अच्छी बात हुई है, आप लोगों ने ये भी ट्राई की है कि ये जो होती है कज बैसी और एक लफ्ज़ को लेके उसका रगड़ा लगाना, उसका कचूमर निकालना, ये भी ट्राई करें, ये भी जायज़ सीखें। आपने एक बात में नरमी दिखाई, वो पीर अस्कानी भाई ने आपकी सलाह कर दी कि भाई वो बार बार जो फौत का कह रहा है कि फौत होने के बाद कहाँ पर है मिम्बाद वफात, ये कहाँ है लफ्ज़? जब मेरी वफात हो जाएगी उसके बाद आपने नहीं आना, उसके बाद कोई इस्मो अहमद वाला बंदा आएगा, कहाँ है? नहीं है। तो आपने इस बात की पकड़ नहीं की थी, थोड़ी सी नरमी रखी थी, वो पीर अस्कानी भाई ने क्लियर कर दिया है। तो इसके बाद उनको समझ आ गई है, लेकिन ज़रूरी नहीं है कि आपने समझाने के बाद अब कोई और भी उनके साथ सलूक करना है। नहीं, समझ आ गई तो ख़त्म कर दे बात, और कोई बात कर। जी ठीक है। असल जो बात है ना, वैसे जो मैं बात करना चाहता हूँ वो ये है कि जिस मकसद के लिए आपने आयत लगाई थी उस मकसद में आप हरगिज कामयाब नहीं हुए। जिस मकसद के लिए आपने आयत लगाई थी, मुझे पता है कि आपने किस मकसद के लिए ये आयत लगाई थी, उसमें आप कामयाब तो दरकिनार उस रास्ते भी नहीं गए हैं, उस गली भी नहीं आप गुजरे हैं। वजह पता क्या है? वजह ये है कि जो नौसरबाज और ठग होते हैं ना, वो जब आते हैं, वो घर आते ही, मेरा एक दोस्त था, वो घर आते ही कहता था आज वहाँ पे ना एक्सीडेंट हुआ है, 6 बच्चे मर गए हैं, 5 औरतें मर गई। अब्बा जी को अपनी पड़ जाती थी, उनको ये नहीं पूछना याद रहता था कि मेरे खबीस बच्चे ना खलफ बेटे, तू सुबह से कहाँ था? सुबह तो निकला है, शाम हो गई है, तू कहाँ से आ रहा है, कितने घंटे बाद? लेकिन क्योंकि वो बच्चा फ्राडी था, वो जैसे ही मुझे खुद, वल्ला मैं ये झूठ नहीं बोल रहा, हल्फन कह रहा हूँ कि मुझे मेरे वो दोस्त ने बताया कि मैं देर से घर गया तो मुझे पता था मार पड़नी अब्बा जी से। मैंने घर दाखिल होते ही कहा अब्बा जी आज ना उधर एक्सीडेंट हुआ है, इतने बच्चे मर गए, इतनी औरतें मर गई। हैं कहाँ एक्सीडेंट हुआ है, किसका हुआ है, कौन मरा है?
कहाँ से बस आ रही थी, कहाँ से मोटरसाइकिल आ रहा, मतलब उनको ये पूछना याद ही नहीं रहा क्या ना खलफ औलाद, तू सुबह से निकला, तू कब आया, क्यों आया अभी वापस इतनी देर बाद। ये होती है नौसरबाजों की और ठगों की वारदात। जिस बात के लिए आपने ये आयत लगाई थी वो बात क्या थी, अब बताएं वो बात क्या थी, बोलें माइक वो खोल के। बात ये वो बात ये थी ना कि ये मिर्ज़ा साहब को जो इस्म अहमद में शामिल करते हैं वो कैसे करते हैं। इस मौजू पर आपने कुछ बात की है, नहीं की। इस मौजू पर नहीं ना की। ये होता है लोगों का चक्करबाजी कि आपको उस मौजू की तरफ जाने ही नहीं देंगे, वो आपको बाद ही पे ही रखेंगे। इस्मो वामन तक आप पहुंचने ही नहीं दिया उसने बादी पे ही आके आपको पकड़ लिया। बादी का क्या मतलब बताओ, बादी का मतलब मौत है कि बादी का मतलब हयात है। मतलब ये ना पूछना, मतलब बंदा ये ना मुझसे पूछ ले कि ये इस्मो अहमद वाला कौन है और इस्मो अहमद से मुराद कौन है, ये उसने पूछने नहीं दिया। मेरे उस दोस्त की तरह कि भाई आज एक्सीडेंट हो गया थे, अन्य बंदे मार गए लेकिन बहरहाल इस रवश को बरकरार रखें, इस रवश को बरकरार रखें। जो गुफ्तगू आपने जिस तरह से की है, दलील से बात करें, लफ्ज़ों से बात करें, गालम गलोच से ना बात करें। ना उनको गालम गलोच करने दें, ना आप गालम गलोच करें। लफ्ज़ उनके मुंह में हैं तो आपके मुंह में भी हैं। वो हाज़र दिमाग है तो आपको भी हाज़र दिमाग होना चाहिए। वो जिस वारदात पे हैं आप भी आगे से, जिस तरह पीर अस्कानी भाई ने जवाब दिया है, आप भी इस तरह का जवाब देना सीखें। तो बहरहाल आप कोई बात आपने करनी है तो कर ले। राजा साहब है ना आयात ये हज़रत ईसा अलैहिस्सलाम अपनी उम्मत नू यानी कि खुशखबरी दे रहे हैं ना कि मेरे तो बात मुराद नहीं है कि मैं यानी कि फौत हो जाना। उम्मत नू की कह रहे ने, मैं कहता अपनी उम्मत नू खुशखबरी दे रहे हैं ना कि मैं तू बाद काना है नबी जिन्हां दा नां अहमद होसी। ਇਹਦੇ ਵਿੱਚ ਕਿਹੜਾ ਹੈ, ਇਸ ਦੇ ਵਿੱਚ ਤੁਸੀਂ ਨਾ ਗੱਲ ਕਰੋ। ਤੁਹਾਡੀ ਅਗਲੇ ਉਹ ਤੁਸੀਂ ਚੁੱਪ ਕਰ ਰਹੋ, ਤੁਹਾਡੀ ਅਗਲੇ ਵੀਡੀਓ ਬਣਾਈ ਹੈ ਉਹ ਪੇ ਆਪਣੇ ਨਾ ਉਹਦੇ ਤੇ ਲਾਈਵ ਬਰਾਡ ਤੇ ਵੀਡੀਓ ਪੇ ਚਲਾਉਂਦੇ ਨੇ, ਤੁਹਾਡੀ ਕਹਿੰਦੇ ਨੇ ਇੰਜ ਲੋਕ ਤਬਲੀਗ ਕਰਦੇ ਜੇ। ਇਹ ਬੰਦਾ ਕਸਮਾਂ ਚੁੱਕ ਕੇ ਨਾ ਉੱਥੇ ਮੈਂ ਕਹਿੰਦਾ ਸੀ ਇਹ ਬੰਦਾ ਅੱਲਾ ਦੀ ਕਸਮ ਆਪਣੇ ਆਪ ਨੂੰ ਬਰੇਲਵੀ ਆਂਦਾ ਸੀ, ਹਨਫੀ ਆਂਦਾ ਸੀ। ਅਮਨ ਨੇ 2 ਮਿੰਟਾਂ 'ਚ ਭਾਬੀ ਕਰ ਲਿਆ। ਕੌਣ ਮੈਂ ਭਾਈ 2 ਮਿੰਟ 'ਚ ਅਮਨ ਉਹ ਜਿਹੜਾ ਊਠਾਂ ਦਾ ਪਿਸ਼ਾਬ ਵਾਲੀ ਹਦੀਸ ਨਹੀਂ ਹੈ। ਜੀ ਆਮਿਰ ਭਾਈ ਉਹ ਮੈਂ ਹੋਰ ਵੀ ਗੱਲ ਕੀਤੀ ਹੈ ਲੇਕਿਨ ਇਹਦਾ ਗਲਤ ਮਤਲਬ ਲੈ ਗਏ। ਮੈਂ ਹੁਣ ਹੀ ਕਹਿ ਰਿਹਾ ਜੋ ਵੀ ਮਤਲਬ ਉਹਨਾਂ ਤੇ ਇੰਜ ਹੀ ਲੈਣਾ ਸੀ ਨਾ। ਇਹ ਤਾਂ ਨਾਰਮਲ ਗੱਲ ਹੈ ਨਾ, ਜਿਹੜਾ ਮੁਖਾਲਿਫ ਹੈ ਤੇ ਇੰਜ ਹੀ ਮਹਿਨਾ ਲੈਂਦਾ ਨਾ। ਪਰ ਉਹ ਆਂਦੇ ਨੇ 2 ਮਿੰਟ 'ਚ ਇਹਨੇ ਬੰਦੇ ਨੇ ਆਪਣਾ ਮਸਲਕ ਤਬਦੀਲ ਕਰ ਦਿੱਤਾ। ਮੇਰਾ ਮਸਲਾ ਉਹਨਾਂ ਤੁਹਾਡੀ ਰਿਕਾਰਡਿੰਗ ਕੀਤੀ। ਉਹ ਇਹ ਮੇਰੇ ਵਾਸਤੇ ਵਹਾਬੀ ਵੀ ਮੁਸਲਮਾਨ ਨੇ, ਇਹ शियाई मुसलमान ने, जो बंदा खातमुन नबीयीन पर यकीन रखता है वो मेरे वास्ते मुसलमान है। मैं आया अच्छा मंजी भाई खैरियत है? मंजी भाई जी पीर साहब अस्सलाम वालेकुम, क्या हाल है, ठीक है आप? मंजी भाई जो धोखाधड़ी करना चाहता था 1122 वो ये था बादी लफ्ज को पकड़ के कि हजरत ईसा ने तो ये फरमाया कि मेरे जी हाँ मेरे बाद एक रसूल आएंगे उनका नाम होगा अहमद। अब बताओ हजरत ईसा ने अपने बाद कहा था तो हजरत ईसा तो वफात पा गए तब आए हैं ना, जिंदा कैसे मानते हो? ये बादी से मौत ले रहा था। जी मैं उसको अच्छी तरह से समझ रहा था। तो मैंने उनको ये कहा कि कादियानी के कुरान में ये मिन बाद मौती या मिन बाद ममाती या वफाती ये अल्फाज मौजूद हैं, लेकिन बताने से ये शर्माते हैं, उन्होंने ऐड कर लिया। या ये कह दीजिए कि मौलवी ने खयानत करके इस अल्फाज को हटाया, सिर्फ बादी रहने दिया। असल में वहाँ पर कादियानी के कुरान में मिन बाद मौती ये है, मौती मौजूद है लेकिन हमें नहीं बताते, खयानत करते हैं ना। या ये इल्ज़ाम उन पर आयद होगा या हम पे इल्ज़ाम आयद करें कि मौलवियों ने खयानत की, इस अल्फाज को निकाला, वरना बादी का मतलब मौत नहीं है। जिस तरह मैं आपको कहता हूं मेरे भाई
मैं जा रहा हूं पिलाने के घर, मेरे बाद आप आए, तो इससे आप क्या मौत लेंगे या जिंदा लेंगे? नहीं भाई, मैं जा रहा हूं, हो सकता है मेरी मौत हो जाए रास्ते में, हो सकता है मैं जिंदा सलामत वहां पर पहुंचूं। ये मौत वादी से मतलब मौत नहीं है। और मैंने फिर उनको यूं समझाया कि नबी अलैहि, यहां से तो आप साबित करना चाहते हैं कि हजरत ईसा वफात पा गए हैं, तब नबी अलैहिस्सलाम बाद में आए हैं, तो हजरत अली को कहा मौजूद थे, यहां मौत ले लो ना। अब यहाँ पे फिर उसने क्या जो है रास्ता इख्तियार किया, अच्छा ये जिंदगी के लिए है ना, मौत के लिए नहीं है ना। यानी ये यहाँ पर ये बताना चाहता था कि देखो नबी अलैहिस्सलाम ने ये फरमाया कि मेरे बाद है, नहीं मेरे बाद, यानी नबी अलैहिस्सलाम असल में, ये गुफ्तगू मैंने सुनी है, असल में नबी अलैहिस्सलाम जा रहे थे जंग में, अब पीछे कोई नहीं, मैं जा रहा हूं, मेरे बाद आप नबी नहीं हैं, यहाँ आप नबी नहीं हैं बस अभी इस वक्त। लेकिन ये नबी ने नहीं फरमाया कि हमेशा के लिए कोई नबी नहीं, मुअक्कत है, बस थोड़ी देर के लिए उस जंग में जा रहे हैं, पीछे यहाँ मदीने में कोई नहीं, तो यहाँ कोई नबी नहीं बन सकता मेरे बाद जाने के बाद। लेकिन इसको ये महमूल करना कि नबी वफात पा जाएं और अब ज़िंदगी में कभी भी नबी नहीं आएगा, ये अल्फाज नहीं हैं नबी के, ये बताना चाहता है। लेकिन साफ उन्होंने बताया नहीं, क्योंकि ये गुफ्तगू मैंने की है इनसे, मेरे बाद जाने के फौरन बाद यहाँ कोई नबी नहीं आएगा, आप भी नबी नहीं हैं, ये कहा। ये कब कहा नबी अलैहिस्सलाम ने कि जब मैं वफात पा जाऊं और हमेशा के लिए नबी, लफ्ज़ हमेशा किधर है? ये इस तरह की ख़यानतें करते हैं, इस तरह की वारदात करते हैं मेरे भाई। तो इसका जवाब ये है, अगर आपसे ये सवाल करें, इसका जवाब ये है कि नबी अलैहिस्सलाम ने एक पीरियड के लिए कहा है। ये बात तो हज़रत अली से की, दूसरे हदीसों के बारे में आप क्या कहेंगे? अना खातमुन नबिय्यीन, मैं अफजल नबी हूँ, ला नबी बअदी, मेरे बाद कोई नबी नहीं। ये कितने देर के लिए कहा और ये किसको कहा? ये बिल्कुल हर एक को कहा कि मेरे बाद कोई नबी नहीं। ये पेशन हुई है कि मेरे बाद कोई नबी नहीं। इसी तरह इन्नर रिसालता वन नबुव्वता इनक़तअत, रिसालत नबुव्वत मुनक़ते का क्या मतलब? ये दोनों चीजें मुनक़ते हैं, अब ना रिसालत रहेगी ना नबुव्वत रहेगी। और आगे ये फरमाया कि मेरे बाद ला रसूल बअदी वला नबिय्या, मेरे बाद ना कोई रसूल ना कोई नबी। इनको क्या करेंगे? ये किसको कहा? वो तो हजरत अली को कहा, आप कहते हैं वक्ती बस थोड़े देर के लिए जब जंग में जा रहे थे, ठीक है मान जाते हैं, उनको कहा। अब ये किसको कहा? इसका क्या तर्जुमा होगा? तो ये वारदात। पीर साहब एक और भी मैं इसकी बात सुन रहा था, अगर आपसे कोई कहे कि मैं एक यानी कि गैर मुस्लिम आपसे कोई कहे कि यार मैं जो है ना मुसलमान होना चाहता हूँ, आप अपने नबी की सफ़ात बताएं, हो सकता है उनकी कोई अच्छी बात मुझे लगे तो मैं कलमा पढ़ लूँ। तो जब इनसे कहो कि मिर्ज़ा साहब की कोई बात सुनाओ तो कहते हैं उनको छोड़ो, बस उनके पास नहीं जाना, ना 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 ना, उनके ऊपर बात नहीं करनी। यही तो सारा पड्डा है। आमिर नज़ीर साहब यही तो बात कर रहे थे, वो दूसरा नज़ीर साहब से या ट्रुथ सीकर से। भाई आप एक नबी को मानते हैं, कहते कुरान हदीस से बात करेंगे। भाई कौन से कुरान हदीस? वो जो मिर्ज़ा ने समझाया या ये वो जो सहाबतुल किराम नबी ने समझाया सहाबा को, और सहाबतुल किराम अल अतहार ने जो है पहुंचाया ताबईन को, तबे ताबईन आइम्मा और साइर अल अखयार आज तक जो समझ रहे हैं, वो तो हमारे पास मौजूद है। आप कहते नहीं, गलत समझाया, तो फिर आपको लाजमन वो मानना होगा जो मिर्ज़ा ने कहा है ना, वरना कुरान हदीस से कैसे बात करेंगे? हम तो वही बात करेंगे जो सहाबा ने हमें समझाया। सहाबा ने समझाया, नबी ने तालीम दी सहाबा को, सहाबा ने तालीम दी ताबईन को, तबे ताबईन आइम्मा और सारे लखयार जो समझ के आ रहे हैं, वही कुरान है, वही तराजुम है। लेकिन आपका एक आया और उसने कहा कि मैं समझा देता हूँ, तो जाहिरी बात है उसको ले लो, उसके फहम को ले लो। नहीं, उसका फहम पेश मत करो, हम कुरान हदीस से बात करेंगे। कौन से कुरान हदीस? अपनी तावीलें करेंगे। तो ये तो गलत बात है ना, बांटते हैं। हम तो कहते हैं, यही तो आप थे नहीं, यही बात की जा रही थी कि भाई कुरान नबी अलैहिस्सलाम के ज़रिए आसान हुआ, उनके अल्फाजों में आसान हुआ,
ऐसा नहीं है कि आप जाओ लुगत में देखो और ये सारी हरकतें शुरू कर दो। सबसे पहले नबी ने क्या फरमाया, वही मोतबर होगा, वो सबसे अफजल होगा। लेकिन ये इस बात की तरफ आते नहीं हम लुगत में देखेंगे खातम है, भाई खातम सील है, अफजल है, कोई कहता है अफजल है, कोई कहता है खातम है, कोई कहता है सील है, ये तमाम बातें। अस्सलाम वालेकुम। बस जानबूझकर पीर साहब जानबूझकर ये तवीले माशाल्लाह पीर अस्कानी भाई आपने अच्छी गिरफ्त की, पकड़ा, उन्होंने उलझा दिया था। अब्दुल्ला भाई को समझ नहीं आ रही थी, उन्होंने मौत की तरफ ले आए जल्दी, और अब्दुल्ला भाई मौत के चक्कर में ही लग गए। आपने बहुत अच्छी पकड़ की। अच्छा नदीम भाई, एक इससे मैं आपको सादी मिसाल देता हूँ, बिल्कुल सादी। अगर एक बाप जा रहा है अपने घर से, तो वो अपने बच्चों को कहता है कि मैं जा रहा हूँ और मेरे बाद आपकी माँ भी आ जाएगी, तो वो क्या कह रहा है कि मैं मर जाऊंगा। वो टुर गया मरजाई, ओ पचो चाचा मरजाई टुर गया तो हुण तुसां बाद ही ते रहना कुतरा देड़े, इन्हें छाड़ दो। नहीं जेड़ा बाद ही दा पता लग गया, मेरे भाई दजल बाद ही बात वाज़ेह हो गई, वो तो ठीक हो गया ना, क्लियर हो गई गल है। तो बाद ही का वो जो धोखा देना चाह रहा था, वो ये कह रहा था कि वफात, लेकिन बाद ही से मुराद फौरन बाद है, जब वो नबी के मुंह से अल्फाज निकलेंगे मेरे बाद से मुराद है फौरन बाद, जब हो कब हो वल्लाहु आलम कब हो। मिन बाद ही जब ईसा अलैहिस्सलाम ने कहा तब भी उसी वक्त शुरू हो गया पीरियड, और जब नबी अलैहिस्सलाम ने फरमाया बाद ही उसी वक्त शुरू हो गया। इसको छोड़ दें, बात ये करें। और गुजरात में ना इलेक्शन हो रहा था, नवाबजादा गजनफर गुल और मजहर अली और चौधरी शुजात वगैरह, परवेज लाई वगैरह का होता था मुकाबला। तो इनका था इंतखाबी निशान साइकिल, जो परवेज लाई वगैरह हैं, तो वो नवाबजादों का था, पीपल पार्टी का दौर था, इंतखाबी निशान था तीर। तो उनका जुलूस गुजरा ना परवेज लाई का इनके दरवाजे के आगे से, तो ये जो नारे लगाने लग पड़े पीपल पार्टी वाले, ए साइकिल है चोरी दा सानू नहीं लोड़ी दा, साइकिल है चोरी दा, साइकिल चोरी दा, साइकिल लाती। वो अंदर से ना नवाबजादा मजर उठ के आया, उसने कहा गल सुनो, लोगों को इंतखाबी निशान साइकिल याद करवाना जे कि तीर, ते कितनी देर होगी तो साइकिल का मातम कर दिया, कोई अकल का इलाज कराओ, वड्डे वड्डे मोहरा लोगों लानियां ने, उन्होंने तीर पकवा, तुसीं साइकिल याद करवान लगे। सो हिसाब तुहाडा है भी बाद इहनूं छड्ड दो, लोगों नूं इह दसो कि इस्मो अहमद वाले इन्हां की फ्रॉड कीते ने, ਉਹ ਉਹਨਾਂ ਨੂੰ दसो। फिर बाद ही नहीं पीर साहब, बाद ही से मुराद ये है, बाद ही नहीं लेके बैठे रहना जे। इस्मो अहमद की बात करो। इस आयत में जिस अहमद नामी नबी का जिक्र है, मुसलमानों के नजदीक वो मोहम्मद रसूलुल्लाह सल्लल्लाहु अलैहि वसल्लम है, और मिर्जाइयों के नजदीक है, वो कहते हैं इस आयत से हमारे मिर्जा साहब मुराद है। ये लोगों को बताओ, इसका जवाब लोगों से मांगो। जिसने नहीं सुना उसको भी नीचे सुनाओ, इससे पहले कि वो उठ के चला जाए आपकी बराड़ से सुन के ये कज बैसी और बोरियत होके उठ के चला जाए। उसको ये बताओ ना कि साइकिल याद करवाना रहना है, साइकिल चोरी दा सानू नहीं लोड़ी दा, साइकिल चोरी दा सानू नहीं लोड़ी दा। सियाने बन जाओ, मजादो सियाने बन जाओ, लोगों को वो निशान याद कराओ जेड़ा असल निशान है दसन वाला लोगों को। क्या देखो निशान इत्थे लाओ, इस्मो अहमद दे उत्ते निशान ला के कुरान दी इस आयत दे उत्ते ओनू हाईलाइट करके लोगों दे अगे रखो, ते लोगों नूं दसो कि कुरान दी आयत नाल खिलवाड़ करने वाले कहंदे ने आओ साडे नाल कुरान नाल गल करो, आओ साडे नाल कुरान नाल गल करो। तुसीं कुरान तो क्यों भागे हो मुसलमानों, तुसीं कुरान तो क्यों भागे हो? दसो भाई मुसलमानों, तुम कुरान से भागे हुए हो। हम कहते हैं तुम्हारे और हमारे दरमियान कुरान मुश्तरिक है। भाई कैसे मुश्तरिक है मुश्तरिक है। असीं दा की इलाज करिए? तुसीं आखो कि इस्मो अहमद से मुराद मिर्जा गुलाम अहमद कादियानी है, हमारे पास कोई है इलाज? तुम कह दो भाई खातम नबीयीन से मुराद नबियों का बाप है, हमारे पास कौन सा इलाज है भाई आपको मनाने का? ये सिर्फ और सिर्फ आप चाहते हैं कि हम कुरान सामने रख के ये बातें करते रहें, लोग सुनने वाले ये समझेंगे कुरान से वो भी दलीलें दे रहे हैं ना, ये भी कुरान से बातें कर रहे हैं, मुसलमानों के दोनों ग्रोह हैं। भाई इनको इनके मुसलमात की तरफ घसीटें, इनको कहें ये तुम्हारी रूहानी खजाना है, इसका क्या करना, इसको तीली लगा दो। अगर
आपने सिर्फ कुरान से बात करनी है, तो ये रूहानी खजाइन किस लिए 23 जिल्दें वो इकट्ठी की हुई हैं, 85 किताबें उसके अंदर हैं, वो किस लिए हैं? वो मकतूबात का मजमुआ किस लिए है? वो इश्तिहारात मिर्जा साहब ने लिख लिख के कलम से कागज से स्याही खत्म कर दी कादियान की, इतने इश्तिहार बेचारे अपने हाथ से लिख, वो किस लिए हैं? वो मलफूजात जो रोज सवेरे छपा करते थे अखबार में, वो कब लोगों को पढ़ के सुनाने हैं? कुरान से फैसला करो भाई, कुरान से फैसला करना है अगर, तो ये किस लिए लिखी है किताबें? ये फ्रॉडी हैं लोग, धोखा देने वाले हैं। देखिए कितनी साफ कुरान के अंदर आयत है, व मुबश्शिरम बिरसूल याती मिन बाद इस्मुहु अहमद, तो मैं बशारत देता हूँ उस रसूल की जो मेरे बाद आने वाले हैं, जिनका नाम अहमद होगा। वो प्यारे नबी सल्लल्लाहु अलैहि वसल्लम है। ईसा अलैहिस्सलाम के 571 साल बाद प्यारे नबी सल्लल्लाहु अलैहि वसल्लम की विलादत हुई मक्का में। बेशक। मिर्जाई कहते हैं इस्मो अहमद से मुराद हमारा मिर्जा गुलाम अहमद कादियानी है, जो 1835 में पैदा हुआ। लो जी, कर लो गल, करो इन्हां नाल कुरान नाल गल। है कोई बंदा, कोई रजलो रशीद है आप में जो कहे कि भाई ऐसे बंदे के साथ कुरान से बात तो नहीं हो सकती ना? जो बंदा कुरान के अल्फाज के साथ ये तमाशा कर रहा हो, उसके साथ कुरान से क्या बात हो सकती है? ठीक है, वो जुबान से दावा करते हैं हम कुरान को मानते हैं, करते रहें, हमें उनके दावे क्या यकीन नहीं है, भरोसा नहीं है। जब उन्होंने खुद माना कि हमारे मुसलमात ये 3 हैं, तो फिर तीसरे मुसलमान से हम उनके सामने एक चीज रखेंगे, दलील रखेंगे, उससे क्यों भागते हैं? दरवाजे पर बोर्ड क्यों लगाते हैं? दूसरे का मुंह क्यों बंद करते हैं? उसके ऊपर टेप क्यों लगाते हैं कि तुमने हमें सिर्फ कुरान से आयत देनी है? क्यों भाई? भाई लोगों के साथ अगर आपने कुश्ती करनी है तो ये कौन सा तरीका है कि आपने हमारे साथ इस शर्त पर कुश्ती करनी है कि आपने हमें सिर्फ कुरान की आयत पढ़ के हमें कायल करना है? भाई कुरान की आयत तो ये आपके सामने पड़ी है, जो अब्दुल्ला भाई ने लगाई थी, इसलिए फिर अब्दुल्ला भाई को याद ही नहीं रहा किस लिए लगाई थी। उन्हें अपनी बात ही आके कि एक्सीडेंट होया तो इन्ने बंदे मार गए ने, इन्ने बच्चे मार गए ने। ला हौला वला कुव्वता। अब्दुल्ला भाई नु हाईजैक कर लिया सने। सोचें सोचें, इनकी बातों को गौर करें। जमील साहब आए हैं जी साहब, वेलकम जमील साहब। वालेकुम सलाम जी, शुक्रिया। ये बताएं कि ओल्ड टेस्टामेंट या जो पुरानी आसमानी किताबें हैं बनी इसराइल की, उसमें नबी अकरम सल्लल्लाहु अलैहि वसल्लम का जिक्र है कि एक नबी आएगा, और किस नाम से जिक्र है? असल में ना मैंने वो गाड़ी बंद की है तो साथ ही ना ब्लूटूथ बंद हो गया था, दोबारा बात करें, आवाज नहीं आई, मैंने सुनी नहीं आपकी पूरी बात। उसने ये अर्ज किया कि बनी इसराइल की जो पुरानी किताबें, आसमानी किताबें, उसमें क्या नबी अकरम सल्लल्लाहु अलैहि वसल्लम का जिक्र आया? एक नबी आना है जो और किस? हाँ, जो बनी इसराइल, वो जो पुरानी कुतब हैं जिनमें नबी अलैहिस्सलातु वस्सलाम का जिक्र आया है, वो किस नाम से आया है ये पूछ रहे हैं? जी जी हाँ, नबी का नाम उसमें है, और अगर है तो क्या नाम? देखें, हाँ मैं बताता हूँ। उन पुरानी कुतब के बारे में सिर्फ और सिर्फ हम उस बात की तस्दीक कर सकते हैं जिसको कुरान ने बयान किया है, वरना वो किताबें हम मुहर्रफ और मुबद्दल मानते हैं। उनमें नबी अलैहिस्सलातु वस्सलाम का नाम ना भी नजर आए ना, तो भी हम कुरान को मानते। कुरान में लिखा हुआ है कि ईसा अलैहिस्सलाम ने उनको कहा कि इस्मुहु अहमद वाले, जिनका नाम अहमद होगा, उस नबी की मैं आपको बशारत देता हूँ। ठीक है, हम सिर्फ इसी की तस्दीक कर सकते हैं। वहां पर मोहम्मद नाम था, अहमद नाम था, नहीं था, कोई और नाम था, डजंट मैटर। ना हमें उससे कोई गरज है, ना हमें उन बातों पर एतमाद है। हमें एतमाद है सिर्फ कुरान और हदीस पर। नहीं, लेकिन एक नबी का तो वादा किया गया ना पिछले अंबिया कराम के साथ, जिसका हम यकीन करते हैं कि तमाम अंबिया ने दुआ भी की कि उसकी उम्मत में से हमें पैदा करना है, और तमाम ईसाई और यहूदियों को उसका इंतज़ार है। तो वो क्या उनकी कुतुब में किस तरह जिक्र आया कि है ही नहीं उनको, उनका वो किसी नबी का इंतज़ार नहीं कर रहे थे जो कि आखिरी ज़माने में आना है? नहीं, ये तो तस्दीक हो गई ना, सिर्फ इसी एक आयत से तस्दीक हो गई कि जिक्र तो था एक नबी के आने का।
बशारत तो दी थी ईसा अलैहिस्सलाम ने अपने बाद एक नबी के आने की, लेकिन उसकी तफासील उन किताबों में क्या थी, कितनी उन्होंने मिटा दी, कितनी उन्होंने छोड़